ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ 12ਵੀਂ ਅਸ਼ਟਪਦੀ ਦੀ ਕਥਾ ਸੰਪੂਰਨ ਹੋ ਗਈ ਸੀ। ਅੱਜ 13ਵੀਂ ਅਸ਼ਟਪਦੀ ਕਥਾ ਸ਼ੁਰੂ ਹੋਣੀ ਹੈ। ਹਰ ਅਸ਼ਟਪਦੀ ਦੇ ਸ਼ੁਰੂ 'ਚ ਸ਼ਲੋਕ ਹੁੰਦਾ। ਸ਼ਲੋਕ ਦੇ ਵਿੱਚ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਸ਼ਰਨ ਜੋ ਜਨ ਪਰੈ, ਜੋ ਵੀ ਵਿਅਕਤੀ ਸੰਤਾਂ ਦੀ ਸ਼ਰਨ 'ਚ ਆ ਜਾਂਦਾ ਹੈ, ਸੋ ਜਨ ਉਦਰਨ ਹਾਰ, ਉਹ ਜੰਮਣ ਮਰਨ ਦੇ ਚੱਕਰ ਤੋਂ ਬਚਣ ਦੇ ਸਮਰੱਥ ਹੋ ਜਾਂਦਾ ਹੈ। ਨਹੀਂ ਤਾਂ ਮਨੁੱਖ ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ, ਉਸ ਦੇ ਭਾਵ ਸਾਗਰ ਪਾਰ ਨਹੀਂ ਕਰ ਹੁੰਦਾ, ਉਹ ਪਰਲੇ ਬੰਨੇ ਨਹੀਂ ਉਤਰ ਸਕਦਾ। ਪਰ ਜੋ ਸੰਤਾਂ ਦੀ ਸ਼ਰਨ 'ਚ ਆ ਜਾਂਦਾ ਹੈ, ਉਹ ਇਸ ਜੰਮਣ ਮਰਨ ਦੇ ਚੱਕਰ ਤੋਂ ਬਾਹਰ ਨਿਕਲ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ। ਬਹੁਰ ਬਹੁਰ ਹੁੰਦਾ ਵਾਰੀ ਵਾਰੀ, ਅਵਤਾਰ ਹੁੰਦਾ ਜਨਮ ਲੈਣਾ। ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹ ਵਾਰੀ ਵਾਰੀ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਉਹਦੀ ਕਦੇ ਵੀ ਮੁਕਤੀ ਨਹੀਂ ਹੁੰਦੀ। ਇਹ 'ਚ ਹੁਣ ਦੱਸਿਆ ਵੀ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ। ਅਸ਼ਟਪਦੀ। ਸੰਤ ਕੈ ਦੂਖਨ ਆਰਜਾ ਘਟੈ। ਹਿੰਦੀ ਦਾ ਸ਼ਬਦ ਹੈ ਦੂਸ਼ਣ ਵਾਲਾ, ਜੋ ਫਲਾਣੇ ਦੇ ਦੂਸ਼ਣ ਲਾ ਰਿਹਾ ਹੈ, ਉਸ ਤੋਂ ਗੁਰਬਾਣੀ 'ਚ ਬਣਿਆ ਦੂਖਣ, ਭਾਵ ਨਿੰਦਿਆ। ਜਦੋਂ ਆਪਾਂ ਦੂਸ਼ਣਬਾਜ਼ੀ ਕਰਦੇ ਹਾਂ ਤਾਂ ਉਹਦੀ ਐਕਚੁਅਲੀ ਉਹਦੀ ਨਿੰਦਿਆ ਹੀ ਹੁੰਦੀ ਹੈ। ਸੰਤ ਕੈ ਦੂਖਨ ਆਰਜਾ ਘਟੈ। ਸੰਤਾਂ 'ਤੇ ਦੂਸ਼ਣ ਲਾਉਣ ਨਾਲ, ਸੰਤਾਂ ਦੀ ਨਿੰਦਿਆ ਕਰਨ ਨਾਲ ਆਰਜਾ ਹੁੰਦੀ ਹੈ ਉਮਰ, ਮਨੁੱਖ ਦੀ ਉਮਰ ਘਟ ਜਾਂਦੀ ਹੈ। ਉਂਝ ਤਾਂ ਜਿੰਨੀ ਕੋਈ ਲਿਖਾ ਕੇ ਲੈ ਉਨੀ ਹੀ ਉਸਨੇ ਬਿਤਾਉਣੀ ਹੁੰਦੀ ਹੈ, ਪਰ ਸੰਤ ਜਿਹੜੇ ਨੇ ਕਿਸੇ ਦੀ ਉਮਰ ਵਧਾਉਣ ਅਤੇ ਘਟਾਉਣ 'ਚ ਸਮਰੱਥ ਹੁੰਦੇ ਨੇ। ਜਦੋਂ ਕੋਈ ਸੰਤਾਂ ਦੀ ਨਿੰਦਿਆ ਕਰਦਾ, ਫਿਰ ਪਰਮਾਤਮਾ ਉਹਦੀ ਜਿੰਨੀ ਉਹਨੂੰ ਉਮਰ ਦਿੱਤੀ ਉਦੋਂ ਘਟਾ ਦਿੰਦਾ ਹੈ। ਵੀ ਤੂੰ ਘਟੀਆ ਆਦਮੀ ਹੈ, ਆਪ ਤੂੰ ਨਾਮ ਨਹੀਂ ਜਪਦਾ, ਜਪਣ ਵਾਲੇ ਤੂੰ ਨਿੰਦਿਆ ਕਰਦਾ ਹੈ, ਇਸ ਲਈ ਪਰਮਾਤਮਾ ਦੀ ਉਮਰ ਹੀ ਘਟਾ ਦਿੰਦਾ ਵੀ ਛੇਤੀ ਮਰ ਜੇ, ਭੈੜਾ ਬੰਦਾ ਹੈ। ਸੰਤ ਕੈ ਦੂਖਨ ਆਰਜਾ ਘਟੈ। ਸੋ ਸੰਤਾਂ ਦੀ ਨਿੰਦਿਆ ਕਰਨ ਮਨੁੱਖ ਦੀ ਉਮਰ ਘਟ ਜਾਂਦੀ ਹੈ। ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ। ਸੰਤਾਂ ਦੀ ਨਿੰਦਿਆ ਕਰਨ ਮਨੁੱਖ ਦਾ ਜਮਾਂ ਤੋਂ ਛੁਟਕਾਰਾ ਨਹੀਂ ਹੁੰਦਾ, ਉਹਨੂੰ ਜਮ ਲੈਣ ਆਉਂਦੇ ਨੇ। ਅਤੇ ਯਾਦ ਰੱਖੋ, ਜਿਹਨੂੰ ਜਮ ਲੈਣ ਆਉਣ ਉਹਨੇ ਧਰਮਰਾਜ ਦੇ ਪੇਸ਼ ਹੋਣਾ ਹੁੰਦਾ। ਫਿਰ ਧਰਮਰਾਜ ਜਿਹੜਾ ਹੈ ਉਹਦੇ ਕਰਮਾਂ ਦੇ ਅਨੁਸਾਰ ਉਸਨੂੰ ਫਿਰ ਸਜ਼ਾ ਦਿੰਦਾ ਹੈ। ਸੋ ਇਸ ਲਈ ਫਿਰ ਜਿਹੜਾ ਹੈ ਇਹੋ ਜਿਹੇ ਦਾ ਵਾਹ ਫਿਰ ਜਮਦੂਤਾਂ ਨਾਲ ਪੈਂਦਾ ਹੈ। ਅਤੇ ਜਮਦੂਤਾਂ ਦਾ ਕੰਮ ਹੈ ਇਸ ਮਾਤ ਲੋਕ ਤੋਂ ਲੈ ਕੇ ਧਰਮਰਾਜ ਤੱਕ ਉਹਨੂੰ ਫਿਰ ਕੁੱਟਦੇ ਹੀ ਲਈ ਜਾਂਦੇ ਨੇ, ਅਨੇਕਾਂ ਪ੍ਰਕਾਰ ਦੀ ਜੀਵ ਨੂੰ ਸਜ਼ਾਵਾਂ ਰਾਹ ਦਿੰਦੇ ਨੇ। ਇਸ ਲਈ ਫਿਰ ਉਹ ਉਦੋਂ ਬੰਦਾ ਬੜਾ ਦੁੱਖ ਮਹਿਸੂਸ ਕਰਦਾ, ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਕਿ ਮੈਂ ਐਵੇਂ ਹੀ ਇੱਕ ਭਲੇ ਪੁਰਸ਼ ਦੀ ਨਿੰਦਾ ਕਰਦੇ ਰਹੇ। ਬਿਨਾਂ ਦੇਖੇ ਹੋਏ, ਬਿਨਾਂ ਕੋਲ ਰਹੇ ਹੋਏ, ਸੁਣੇ ਸੁਣਾਏ ਤੇ ਕਦੇ ਕਿਸੇ ਦੀ ਨਿੰਦਿਆ ਨਹੀਂ ਕਰੀਦੀ ਹੁੰਦੀ। ਜਿਹੜੇ ਈਰਖਾਲੂ ਲੋਕ ਹੁੰਦੇ ਨੇ ਉਹਨਾਂ 'ਤੇ ਆਦਤ ਹੈ, ਉਹਨਾਂ ਦੀ ਆਦਤ ਹੁੰਦੀ ਹੈ ਨਿੰਦਿਆ ਕਰਨ ਦੀ। ਅਸੀਂ ਉਹਨਾਂ ਨੂੰ ਸੁਣ ਕੇ
ਐਵੇਂ ਕਿਸੇ ਦੀ ਨਿੰਦਿਆ ਕਰ ਲਈ ਤਾਂ ਆਪਣੇ ਸਿਰ 'ਤੇ ਭਾਰ ਹੀ ਪਾਉਣਾ, ਪਾਪਾਂ ਦੀ ਪੰਡ ਇਕੱਠੀ ਕਰਨੀ। ਇਸ ਲਈ ਬਿਨਾਂ ਦੇਖੇ ਬਿਨਾਂ ਪਰਖੇ ਕਦੇ ਕਿਸੇ ਦੀ ਨਿੰਦਿਆ ਨਹੀਂ ਕਰੀ ਦਿੰਦੀ। ਸੰਤ ਕੈ ਦੂਖਨ ਸੁਖ ਸਭ ਜਾਏ। ਸੰਤਾਂ 'ਤੇ ਦੂਸ਼ਣ ਲਾਉਣ ਨਾਲ, ਸੰਤਾਂ ਦੀ ਨਿੰਦਿਆ ਕਰਨ ਨਾਲ ਹਰ ਪ੍ਰਕਾਰ ਦਾ ਸੁੱਖ ਖਤਮ ਹੋ ਜਾਂਦਾ ਹੈ। ਹਰ ਪ੍ਰਕਾਰ ਦਾ ਸੁੱਖ ਖਤਮ ਹੋ ਜਾਂਦਾ। ਇਸ ਲਈ ਜੇ ਸੁਖੀ ਰਹਿਣਾ, ਆਪ ਵੀ ਭਜਨ ਬੰਦਗੀ ਕਰੋ ਅਤੇ ਭਜਨ ਬੰਦਗੀ ਕਰਨ ਵਾਲੇ ਦਾ ਸਤਿਕਾਰ ਕਰੋ। ਸੰਤ ਕੈ ਦੂਖਣ ਨਰਕ ਮਹਿ ਪਾਏ। ਜਿਹੜਾ ਸੰਤਾਂ 'ਤੇ ਦੂਸ਼ਣ ਲਾਉਂਦਾ ਹੈ, ਨਿੰਦਿਆ ਕਰਦਾ ਹੈ, ਪਰਮਾਤਮਾ ਨੂੰ ਨਰਕਾਂ ਸੁੱਟ ਦਿੰਦਾ ਹੈ ਵੀ ਚੱਲ ਪਏ ਤੂੰ ਨਰਕਾਂ ਨੂੰ ਜਾ। ਸੋ ਕਿੱਡੀ ਵੱਡੀ ਸਜ਼ਾ ਹੈ। ਫਿਰ ਮੁੜ ਕੇ ਪਤਾ ਨਹੀਂ ਮਨੁੱਖਾ ਜੀਵਨ ਕਦੋਂ ਮਿਲੇ, ਕਿੰਨੇ ਸਾਲਾਂ ਦਾ ਨਰਕ ਮਿਲੇ। ਇਸ ਲਈ ਪਰਮਾਤਮਾ ਸੰਤਾਂ ਦੇ ਨਿੰਦਕਾਂ ਨੂੰ ਨਰਕਾਂ ਸੁੱਟ ਦਿੰਦਾ। ਸੰਤ ਕੈ ਦੂਖਨ ਮਤ ਹੋਏ ਮਲੀਨ। ਮਲੀਨ ਮੈਨੇ ਮੈਲੀ। ਸੰਤਾਂ ਦੀ ਨਿੰਦਿਆ ਕਰ ਕਰਕੇ ਆਪਣੀ ਮਤ ਹੀ ਮੈਲੀ ਹੋ ਜਾਂਦੀ ਹੈ। ਸਾਡੀ ਹਰ ਇੱਕ ਸੋਚ ਸਾਡੇ ਮਨ 'ਤੇ ਅਸਰ ਕਰਦੀ ਹੈ। ਚੰਗੀਆਂ ਸੋਚਾਂ ਮਨ ਨੂੰ ਪਵਿੱਤਰ ਕਰਦੀਆਂ ਨੇ, ਭੈੜੇ ਵਿਚਾਰ ਮਨ ਨੂੰ ਮੈਲਿਆਂ ਕਰਦੇ ਨੇ। ਜਦੋਂ ਕਿਹਦਾ ਮਨ ਮੈਲਾ ਹੋ ਜਾਏ, ਉਹ ਬੰਦਾ ਕਦੇ ਵੀ ਚੰਗੇ ਕੰਮ ਨਹੀਂ ਕਰਦਾ, ਕਿਉਂਕਿ 95% ਲੋਕ ਮਨ ਦੇ ਮਗਰ ਲੱਗਦੇ ਨੇ। ਮਸਾਂ 5% ਲੋਕ ਹੋਣਗੇ ਜਿਹੜੇ ਮੱਤ ਤੋਂ ਕੰਮ ਲੈਂਦੇ ਨੇ। ਮੱਤ ਚੰਗੇ ਮੰਦੇ ਦਾ ਨਿਰਣਾ ਕਰਦੀ ਹੈ, ਮਨ ਚੰਗੇ ਮੰਦੇ ਦਾ ਨਿਰਣਾ ਨਹੀਂ ਕਰਦਾ, ਕਿਉਂਕਿ ਮਨ ਤੇ ਮੈਲਾ ਹੈ, ਮਨ ਤੇ ਭੈੜਾ ਹੈ। ਜਿਵੇਂ ਭੈੜਾ ਬੰਦਾ ਤੁਹਾਨੂੰ ਕਦੇ ਵੀ ਚੱਜ ਦੀ ਸਲਾਹ ਨਹੀਂ ਦੇਗਾ। ਕੀ ਸ਼ਰਾਬ ਪੀਣ ਵਾਲਾ ਤੁਹਾਨੂੰ ਕਦੇ ਕਹੇਗਾ ਤੁਸੀਂ ਸ਼ਰਾਬ ਨਾ ਪੀਆ ਕਰੋ? ਕੀ ਨਸ਼ੇ ਕਰਨ ਵਾਲਾ ਤੁਹਾਨੂੰ ਕਹੇਗਾ ਨਸ਼ੇ ਨਾ ਕਰਿਆ ਕਰੋ? ਕੀ ਚੋਰ ਕਦੇ ਤੁਹਾਨੂੰ ਕਹੇਗਾ ਚੋਰੀ ਨਾ ਕਰਿਆ ਕਰੋ? ਮਨ ਮੈਲਾ ਹੈ, ਇਸ ਲਈ ਵਿਚਾਰ ਮੈਲੇ ਹੋ ਗਏ। ਜਾਂ ਵਿਚਾਰ ਮੈਲੇ ਸਨ, ਮਨ ਮੈਲਾ ਹੋ ਗਿਆ। ਇਸ ਲਈ ਮੈਲਾ ਮਨ ਕਦੇ ਵੀ ਸਾਨੂੰ ਚੰਗੀ ਗੱਲ ਨਹੀਂ ਕਹੇਗਾ। ਇਸ ਲਈ ਪਰਮਾਤਮਾ ਨੇ ਨਾਲ ਮੱਤ ਸਾਨੂੰ ਦਿੱਤੀ ਹੋਈ ਕਿ ਮਨ ਨੇ ਤਾਂ ਤੁਹਾਨੂੰ ਕਦੇ ਚੰਗਾ ਕਹਿਣੀ ਨਹੀਂ, ਉਹਨੇ ਕਦੇ ਤੁਹਾਨੂੰ ਚੰਗੀ ਸਲਾਹ ਹੀ ਨਹੀਂ ਦੇਣੀ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਇਹ ਤਾਂ ਜਨਮਾਂਤਰਾਂ ਦੀ ਨੂੰ ਮੈਲ ਲੱਗੀ ਹੈ, ਕਾਲਾ ਸ਼ਾਹ ਹੋ ਗਿਆ ਹੈ। ਅਤੇ ਸਿਆਣੇ ਕਹਿੰਦੇ ਨੇ ਕਾਲੀ ਚੀਜ਼ ਦੇ ਨਾਲ ਜੇ ਆਪਾਂ ਆਪਣੇ ਛੁਹਾਵਾਂਗੇ ਨਾ, ਉਸ ਚੀਜ਼ ਨੇ ਚਿੱਟਿਆ ਨਹੀਂ ਹੋਣਾ, ਸਗੋਂ ਅਸੀਂ ਕਾਲੇ ਹੋ ਜਾਣਾ। ਇਸ ਲਈ ਮਨ ਦੇ ਮਗਰ ਨਹੀਂ ਲੱਗੀਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੀ ਮੱਤ ਤੋਂ ਸਲਾਹ ਲਈਦੀ ਹੈ। ਮੱਤ ਤੁਹਾਨੂੰ ਦੱਸੇਗੀ ਇਹ ਠੀਕ ਹੈ ਕਿ ਗਲਤ ਹੈ। ਜੇ ਫੇਰ ਵੀ ਪਤਾ ਨਾ ਲੱਗੇ, ਫਿਰ ਗੁਰਬਾਣੀ ਦੱਸੇਗੀ। ਗੁਰਬਾਣੀ ਸਾਨੂੰ ਦੱਸਦੀ ਹੈ ਆਹ ਕਰੋ, ਆਹ ਨਾ ਕਰੋ। ਜਿਹੜਾ ਕਹਿੰਦੀ ਆ ਕਰੋ, ਇਹ ਸਾਡੇ ਭਲੇ ਲਈ ਹੈ। ਆਹ ਨਾ ਕਰੋ, ਇਹ ਵੀ ਸਾਡੇ ਭਲੇ ਲਈ ਹੈ। ਗੁਰਬਾਣੀ ਤਾਂ ਜੋ ਕਹਿੰਦੀ ਸਾਡੇ ਭਲੇ ਲਈ ਕਹਿੰਦੀ ਹੈ। ਜੇ ਤਾਂ ਅਸੀਂ ਆਪਣਾ ਭਲਾ ਚਾਹੁੰਦੇ ਹਾਂ, ਫਿਰ ਤਾਂ ਗੁਰੂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਅਤੇ ਜੇ ਨਹੀਂ, ਤਾਂ ਜੇ ਮਨ ਦੇ ਮਗਰ ਲੱਗਾਂਗੇ, ਫਿਰ ਅੱਜ ਬਰਬਾਦ ਹੋਏ ਕਿ ਕੱਲ੍ਹ ਬਰਬਾਦ ਹੋਏ। ਇਸ ਲਈ ਸੰਤਾਂ ਦੀ ਨਿੰਦਿਆ ਕਰ ਕਰਕੇ ਮਤ ਮਲੀਨ ਹੋ ਜਾਂਦੀ, ਮਨ ਨੂੰ ਲੱਗ ਜਾਂਦੀ ਹੈ ਮੈਲ। ਸੰਤ ਕੈ ਦੂਖਣ ਸੋਭਾ ਤੇ ਹੀਨ।
ਜੇ ਪਹਿਲਾਂ ਮੰਨ ਲਓ ਕਿ ਇਹਦੀ ਬਹੁਤ ਵਡਿਆਈ ਹੁੰਦੀ ਸੀ, ਉਹਨੇ ਸੰਤਾਂ ਦੀ ਨਿੰਦਿਆ ਕਰਨੀ ਸ਼ੁਰੂ ਕਰਤੀ, ਇੱਕ ਦਿਨ ਉਹਦੀ ਆਪਣੀ ਸੋਭਾ ਵੀ ਖਤਮ ਹੋ ਜਾਏਗੀ, ਉਹਦੀ ਵਡਿਆਈ ਆਪਣੀ ਖਤਮ ਹੋ ਜਾਏਗੀ। ਲੋਕ ਕਹਿਣਗੇ ਇਹਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ, ਇਹ ਤਾਂ ਐਵੇਂ ਨਿੰਦੀ ਹੋਈ ਜਾਂਦਾ ਹੈ। ਨਿੰਦਿਆ ਕਰਨ ਵਾਲੇ ਦੀ ਫਿਰ ਸੰਗਤ ਕਰਨੀ ਲੋਕ ਛੱਡ ਦਿੰਦੇ ਹਨ। ਜਿਹੜੀ ਉਹਦੀ ਵਡਿਆਈ ਥੋੜ੍ਹੀ ਬਹੁਤੀ ਹੁੰਦੀ ਸੀ ਉਹ ਵੀ ਖਤਮ ਹੋ ਜਾਂਦੀ ਹੈ। ਸੰਤ ਕੇ ਹਤੇ ਕੋ ਰੱਖੈ ਨਾ ਕੋਈ, ਹਤੇ ਕੋ ਦੁਰਕਾਰੇ ਹੋਏ ਨੂੰ, ਸਰਾਪੇ ਹੋਏ ਨੂੰ। ਸੰਤ ਜਿਹਨੂੰ ਸਰਾਪ ਦੇ ਜੇ, ਜਿਹਨੂੰ ਦੁਰਕਾਰ ਦੇਵੇ, ਉਹਨੂੰ ਫਿਰ ਕੋਈ ਉਹਨੂੰ ਬਚਾ ਨਹੀਂ ਸਕਦਾ, ਉਹਨੂੰ ਕੋਈ ਨਹੀਂ ਬਚਾ ਸਕਦਾ। ਹੁਣ ਦੇਖੋ ਦੁਰਵਾਸਾ ਰਿਸ਼ੀ, ਸ਼੍ਰੀ ਕ੍ਰਿਸ਼ਨ ਮਹਾਰਾਜ ਯੱਗ ਕਰ ਰਹੇ ਨੇ, ਬਹੁਤ ਸਾਰੇ ਰਿਸ਼ੀ ਇਕੱਠੇ ਹੋਏ ਨੇ। ਕ੍ਰਿਸ਼ਨ ਮਹਾਰਾਜ ਆਪ ਉਹਨਾਂ ਦੇ ਹੱਥ ਧੋਂਦੇ ਨੇ। ਕ੍ਰਿਸ਼ਨ ਮਹਾਰਾਜ ਦਾ ਲੜਕਾ ਸੁੰਭ ਅਤੇ ਹੋਰ ਉਹੋ ਜਿਹੇ ਲੜਕੇ ਇਕੱਠੇ ਹੋ ਗਏ। ਕ੍ਰਿਸ਼ਨ ਮਹਾਰਾਜ ਦੇ ਲੜਕੇ ਵਾਹਵਾ ਗੋਰਾ ਹੋਣ ਕਰਕੇ ਲੜਕੀਆਂ ਵਰਗਾ ਲੱਗਦਾ ਸੀ। ਉਹਦੇ ਢਿੱਡ 'ਤੇ ਨਾ ਵੱਡੀ ਸਾਰੀ ਬਾਟੀ ਮੂਧੀ ਮਾਰ ਕੇ ਉੱਤੋਂ ਕੱਪੜੇ ਨਾਲ ਬੰਨ੍ਹਤੀ, ਉਹਨੂੰ ਬੀਬੀਆਂ ਵਾਲੇ ਕੱਪੜੇ ਪਵਾਤੇ। ਮੁੰਡਿਆਂ ਨੇ, ਕੁਝ ਮੁੰਡਿਆਂ ਨੇ ਵੀ ਬੀਬੀਆਂ ਵਾਲੇ ਕੱਪੜੇ ਪਾ ਲਏ। ਐਂ ਲੱਗੇ ਵੀ ਇਹ ਬੀਬੀ ਜਿਹੜੀ ਇਹਦੇ ਬੱਚਾ ਹੋਣ ਵਾਲਾ ਹੈ। ਹੁਣ ਵਾਰੀ ਵਾਰੀ ਸਾਧੂ ਮੁੱਕਲ ਜਾਂਦੇ ਨੇ, ਮਹਾਰਾਜ ਜੀ ਉਹ ਕਹਿੰਦਾ ਆਓ ਵੀ ਕਿਵੇਂ ਆਇਓ? ਅਸੀਂ ਆਪ ਜੀ ਨੂੰ ਪੁੱਛਣ ਆਏ ਹਾਂ ਕਿ ਇਸ ਬੀਬੀ ਦੇ ਲੜਕਾ ਹੋਏਗਾ ਕਿ ਲੜਕੀ ਹੋਏਗੀ? ਸਾਧੂ ਕਹਿੰਦੇ ਚਲੋ ਚਲੋ। ਸਾਧੂ ਨੇ ਮਖੌਲ ਨਹੀਂ ਕਰੀਦਾ, ਅਗਲੇ ਕੋਲੇ ਚਲੇ ਗਏ। ਉਹ ਕਹਿੰਦੇ ਚਲੋ ਚਲੋ। ਸਾਧੂ ਨੇ ਮਖੌਲ ਨਹੀਂ ਕਰੀਦਾ। ਕਹਿੰਦੇ ਮੈਂ ਪੁੱਛਣ ਆਏ, ਅਸੀਂ ਪੁੱਛਣ ਆਏ ਹਾਂ ਵੀ ਇਹਦੇ ਲੜਕੀ ਹੋਊ ਕਿ ਲੜਕਾ ਹੋਊ? ਅੱਗੋਂ ਕਹਿੰਦੇ ਚਲੋ ਚਲੋ। ਸਾਧੂ ਨੂੰ ਮਖੌਲ ਨਹੀਂ ਕਰੀਦਾ, ਇਹਦੇ ਬਾਅਦ ਤੁਹਾਨੂੰ ਕੁਛ ਨਹੀਂ ਆਉਂਦਾ। ਐਂ ਜਾਈ ਗਏ ਦੁਰਵਾਸਾ ਰਿਸ਼ੀ ਕੋਲ ਪਹੁੰਚ। ਉਹ ਬੜਾ ਗੁਸੈਲ ਸੀ। ਉਹਨੂੰ ਕਹਿੰਦੇ, ਉਹ ਕਹਿੰਦੇ ਚਲੋ ਚਲੋ ਬੱਚਿਓ, ਰਿਸ਼ੀਆਂ ਮੁਨੀਆਂ ਨੂੰ ਮਖੌਲ ਨਹੀਂ ਕਰੀ ਦਿੰਦਾ। ਕਦੇ ਜਿਹਦੇ ਕੋਲ ਜਾਣਾ ਆਹੀ ਕਹਿੰਦਾ ਅਸੀਂ ਪੁੱਛਣਾ ਇਹਦੇ ਕੀ ਹੋਊ? ਕਹਿੰਦਾ ਦੱਸਾਂ ਫਿਰ ਕੀ ਹੋਊ? ਹਾਂ ਕਹਿੰਦੇ ਦੱਸੋ ਹੀ, ਪੁੱਛਣਾ ਆਏ। ਕਹਿੰਦੇ ਇਹਦੇ ਉਹ ਹੋਊਗਾ ਜੋ ਤੁਹਾਡੇ ਖਾਨਦਾਨ ਦਾ ਨਾਸ ਕਰੇਗਾ। ਬੱਚੇ ਡਰ ਗਏ ਵੀ ਉਹ। ਹੁਣ ਕ੍ਰਿਸ਼ਨ ਮਹਾਰਾਜ ਕੋਲ ਜਾ ਰਹੇ ਨੇ, ਉਹਨੇ ਦੇਖਿਆ ਵੀ ਇਹਨੇ ਰੰਗ ਉੱਡੇ ਨੇ। ਕਹਿੰਦੇ ਕੀ ਗੱਲ ਹੈ ਤੁਹਾਡੇ ਰੰਗ ਉੱਡੇ ਨੇ? ਕਹਿੰਦੇ ਜੀ ਆਹ ਗੱਲ ਹੋ ਗਈ। ਉਹ ਕਹਿੰਦੇ ਮੂਰਖੋ, ਮੈਨੂੰ ਇੰਨੇ ਦਿਨ ਹੋ ਗਏ ਸਾਧੂਆਂ ਦੀ ਸੇਵਾ ਕਰਦੇ, ਤੁਸੀਂ ਤਾਂ ਸਾਰੀ ਕੀਤੀ ਕਰਾਈ 'ਤੇ ਪਾਣੀ ਫਿਰਦਾ। ਹੁਣ ਤਾਂ ਖਾਨਦਾਨ ਦਾ ਨਾਸ਼ ਹੋਣਾ ਹੀ ਹੋਣਾ। ਨਹੀਂ ਜੀ, ਉਹ ਤਾਂ ਤੁਹਾਡਾ ਚੇਲਾ ਹੈ, ਤੁਸੀਂ ਤਾਂ ਉਹਦੇ ਗੁਰੂ ਹੋ, ਗੁਰੂ ਚੇਲੇ ਤੋਂ ਵੱਡਾ ਹੁੰਦਾ ਹੈ। ਕਹਿੰਦੇ ਦੇਖੋ ਇਹ ਪਰਮਾਤਮਾ ਦਾ ਵਿਧਾਨ ਬਣਾਇਆ ਹੋਇਆ ਹੈ। ਮੈਂ ਕੁਛ ਕਹਿੰਦਾ ਤੁਹਾਨੂੰ, ਇਹ ਰਿਸ਼ੀ ਮੁਨੀ ਮੇਰੇ ਚੇਲੇ ਜਿਹੜੇ ਨੇ ਇਹ ਮੁਆਫ ਕਰ ਸਕਦੇ ਸਨ, ਪਰ ਹੁਣ ਇਹਨਾਂ ਨੇ ਕਹਿਤਾ ਇਹ ਮੈਂ ਵੀ ਹੁਣ ਮੁਆਫ ਨਹੀਂ ਕਰ ਸਕਦਾ। ਹੁਣ ਬਸ ਖਾਨਦਾਨ ਦਾ ਨਾਸ ਹੋਣਾ ਹੀ ਹੋਣਾ ਅਤੇ ਹੋ ਗਿਆ। ਇਸ ਲਈ ਜਿਹਨੂੰ ਸੰਤ ਦੁਰਕਾਰ ਦੇਣ, ਦੁਰ ਅਸੀਸ ਦੇ ਦੇਣ, ਉਹਦਾ ਫਿਰ ਕੱਖ ਨਹੀਂ ਰਿਹਾ ਕਰਦਾ, ਉਹਨੂੰ ਕੋਈ ਬਚਾ ਨਹੀਂ ਸਕਦਾ। ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ। ਇਹਨੂੰ ਭ੍ਰਸ਼ਟ ਪੜ੍ਹਨਾ, ਸੱਸੇ ਦੇ ਪੈਰ ਬਿੰਦੀ ਲਾ ਕੇ, ਗੰਦੇ ਨੂੰ ਕਹਿੰਦੇ ਨੇ। ਸੰਤਾਂ ਦੀ ਨਿੰਦਿਆ ਕਰਨ ਵਾਲੇ ਦਾ ਜਿਹੜਾ ਹਿਰਦਾ ਹੈ ਉਹ ਗੰਦਾ ਹੋ ਜਾਂਦਾ ਹੈ, ਕਿਉਂਕਿ ਹਮੇਸ਼ਾ ਹੀ ਨਿੰਦਿਆ ਕਰਨੀ ਹੈ, ਨਿੰਦਿਆ ਕਰਨੀ ਹੈ। ਇਸ ਲਈ ਜਿਹੜਾ ਹਿਰਦਾ ਮੈਲਾ ਹੋ ਜਾਂਦਾ ਹੈ, ਗੰਦਾ ਹੋ ਜਾਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ। ਹਾਂ ਜੇ ਭਾਈ ਸੰਤ ਕਿਰਪਾ ਕਰਦੇ, ਕਿਉਂਕਿ ਸੰਤ ਕਿਰਪਾਲੂ ਹੁੰਦੇ ਨੇ,
ਦਿਆਲੂ ਹੁੰਦੇ ਨੇ, ਬਖਸ਼ੰਦ ਹੁੰਦੇ ਨੇ। ਜੇ ਸੰਤ ਕਿਰਪਾ ਕਰ ਦੇਵੇ, ਨਾਨਕ ਸੰਤ ਸੰਗ ਨਿੰਦਕ ਪੀ ਧਰੈ, ਤਾਂ ਉਹ ਨਿੰਦਕ ਫਿਰ ਸੰਤਾਂ ਦੀ ਸੰਗਤ ਕਰ ਕਰਕੇ ਤਰ ਸਕਦਾ ਹੈ। ਜੇ ਸੰਤ ਕਿਰਪਾ ਕਰ ਦੇਣ, ਫਿਰ ਇਹ ਨਿੰਦਕ ਉਹਨਾਂ ਦੀ ਸੰਗਤ 'ਚ ਆ ਜਾਂਦਾ ਹੈ। ਫਿਰ ਸੰਤਾਂ ਦੀ ਸੰਗਤ ਕਰ ਕਰਕੇ ਨਾਮ ਜਪਦਾ ਹੈ, ਫਿਰ ਨਾਮ ਜਪ ਜਪ ਕੇ ਤਰ ਜਾਂਦਾ ਹੈ। ਅੱਗੇ ਕਹਿੰਦੇ, ਸੰਤ ਕੇ ਦੂਖਣ ਤੇ ਮੁਖ ਭਵੈ। ਸੰਤਾਂ ਦੀ ਨਿੰਦਿਆ ਕਰਨ ਨਾਲ ਕਈ ਵਾਰੀ ਮੂੰਹ ਹੀ ਟੇਢਾ ਹੋ ਜਾਂਦਾ, ਕਈ ਵਾਰੀ ਬੰਦੇ ਨੂੰ ਲਕਵਾ ਹੋ ਜਾਂਦਾ, ਮੂੰਹ ਹੀ ਟੇਢਾ ਹੋ ਜਾਂਦਾ। ਅਤੇ ਜਿਹੜਾ ਇੱਕ ਵਾਰੀ ਹੋ ਜਾਏ ਨਾ ਟੇਢਾ, ਉਹ ਸਿੱਧਾ ਨਹੀਂ ਹੋਇਆ ਕਰਦਾ। ਹਾਰਟ ਅਟੈਕ ਜਦੋਂ ਹੁੰਦਾ ਹੈ, ਦਿਲ ਦੇ ਜਿੰਨੇ ਸੈੱਲ ਡੈਡ ਹੋ ਗਏ ਨੇ, ਉਹਨੂੰ ਕੋਈ ਸੈੱਲਾਂ ਨੂੰ ਜਿਉਂਦਾ ਨਹੀਂ ਕਰ ਸਕਦਾ। ਮੰਨ ਲਓ ਪਹਿਲੀ ਵਾਰੀ ਕਿਸੇ ਨੂੰ ਹਾਰਟ ਅਟੈਕ ਹੋਇਆ, ਮੰਨ ਲਓ 50% ਉਹਦੇ ਸੈੱਲ ਡੈਡ ਹੋ ਗਏ ਨੇ, ਹਾਰਟ ਸਿਰਫ 50% ਕੰਮ ਕਰੇਗਾ। ਦੂਜੀ ਵਾਰੀ ਅਟੈਕ ਹੋਇਆ ਹੈ, 75% ਡੈਡ ਹੋ ਗਏ, ਹਾਰਟ ਸਿਰਫ 25% ਕੰਮ ਕਰਦਾ। ਉਹ ਜਿਹੜੇ ਇਸ ਤਰ੍ਹਾਂ ਡੈਡ ਜਿਹਨੇ ਸੈੱਲ, ਉਹ ਦੁਬਾਰਾ ਜਿਉਂਦੇ ਕਿਸੇ ਵੀ ਦਵਾਈ ਨਾਲ ਨਹੀਂ ਹੋ ਸਕਦੇ। ਇਸ ਲਈ ਜਿਨ੍ਹਾਂ ਨੂੰ ਲਕਵਾ ਹੋ ਜਾਂਦਾ ਹੈ, ਕੋਈ ਦਵਾਈ ਨਹੀਂ ਨਿਕਲੀ ਜਿਹੜੀ ਮੁੜ ਕੇ ਉਸ ਲਕਵੇ ਨੂੰ ਠੀਕ ਕਰ ਦੇ। ਹਾਂ, ਸ਼ੁਰੂ 'ਚ ਫਟਾਫਟ ਪਹੁੰਚ ਗਏ ਹਾਂ ਹਸਪਤਾਲ, ਫਿਰ ਕੁਝ ਸੰਭਾਵਨਾ ਹੁੰਦੀ ਹੈ। ਜੇ 3 ਘੰਟੇ ਲੰਘ ਜਾਣ, ਫਿਰ ਡਾਕਟਰ ਜਵਾਬ ਦੇ, ਹੁਣ ਤਾਂ ਜੀ ਪਾਸਾ ਮਾਰਿਆ ਗਿਆ, ਹੁਣ ਨਹੀਂ ਇਹ ਠੀਕ ਹੋ ਸਕਦਾ। ਇਸ ਲਈ ਸੰਤ ਕੇ ਦੂਖਣ ਤੇ ਮੁਖ ਭਵੈ, ਸੰਤਾਂ ਦੀ ਨਿੰਦਿਆ ਕਰਨਾ ਮੁੱਖ ਹੀ ਮੂੰਹ ਹੀ ਵਿੰਗਾ ਹੋ ਜਾਂਦਾ। ਸੰਤਨ ਕੈ ਦੂਖਣ ਕਾਗ ਜਿਉਂ ਲਵੈ। ਕਾਗ ਕਾਂ ਨੂੰ ਕਹਿੰਦੇ, ਲਵੈ ਹੁੰਦਾ ਬੋਲਣਾ, ਕਾਂ ਕਾਂ ਕਰਨਾ। ਸੰਤਾਂ ਦਾ ਜਿਹੜਾ ਦੁੱਖ ਹੀ ਹੁੰਦਾ, ਨਿੰਦਕ ਹੁੰਦਾ। ਜਿਵੇਂ ਕਾਂ 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 ਕਰਦਾ ਤੇ ਲੋਕ ਪਸੰਦ ਨਹੀਂ ਕਰਦੇ, ਉਡਾਉਂਦੇ ਨੂੰ ਜੇ ਬੈਠਾ ਹੋਵੇ ਕਿੱਥੇ ਕਾਂ ਕਾਂ ਲਾਈ ਹੈ। ਇਸ ਤਰ੍ਹਾਂ ਜਿਹੜਾ ਹੈ, ਇਹ ਸੰਤਾਂ ਜਿਹੜਾ ਨਿੰਦਕ ਹੁੰਦਾ, ਇਹ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਰਹਿੰਦਾ, ਲੋਕ ਪਸੰਦ ਨਹੀਂ ਇਹਨੂੰ ਕਰਦੇ। ਸੰਤਨ ਕੈ ਦੂਖਣ ਸਰਪ ਜੋਨ ਪਾਏ। ਸਰਪ ਹੁੰਦਾ ਸੱਪ। ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਪਰਮਾਤਮਾ ਅਗਲੀ ਫਿਰ ਸੱਪ ਦੀ ਜੂਨੀ ਦਿੰਦਾ। ਸੱਪ ਆਪਣੇ ਘਰ ਆ ਬੜੇ, ਫਿਰ ਆਪਾਂ ਮਾਰਦੇ ਡੰਡੇ ਨਾਲ। ਸੱਪ ਨੂੰ ਕੋਈ ਪਸੰਦ ਨਹੀਂ ਕਰਦਾ। ਸੱਪ ਨੂੰ ਜਿੰਨਾ ਘਰ 'ਚ ਆ ਵੜੇ ਕਿਸੇ ਘਰ, ਜਿੰਨਾ ਚਿਰ ਆਪਾਂ ਉਹਨੂੰ ਮਾਰ ਨਾ ਲਈਏ, ਸਾਹ ਨਹੀਂ ਲੈਂਦੇ ਆਪਾਂ। ਸੱਪ ਨੂੰ ਕੋਈ ਨਹੀਂ ਪਸੰਦ ਕਰਦਾ, ਨਖਿੱਧ ਜੂਨੀ ਹੈ। ਔਰ ਲੰਮੀ ਉਮਰ ਬਹੁਤ ਹੁੰਦੀ ਸੱਪ ਦੀ, ਨਖਿੱਧ ਜੂਨੀ ਹੈ ਅਤੇ ਲੰਮੀ ਉਮਰ ਹੈ। ਇਸ ਲਈ ਜਿਹੜੇ ਸੰਤਾਂ ਦੇ ਨਿੰਦਕ ਹੁੰਦੇ ਨੇ, ਸਰਪ ਜੋਨ ਪਾਏ, ਪਰਮਾਤਮਾ ਨੂੰ ਸੱਪ ਦੀ ਜੂਨੀ 'ਚ ਪਾਉਂਦਾ। ਸੰਤ ਕੈ ਦੂਖਣ ਤ੍ਰਿਗਤ ਜੋਨ ਕਿਰਮਾਏ। ਤ੍ਰਿਗਤ ਜੂਨ ਉਹ ਹੁੰਦੀ ਹੈ ਜਿਹੜੀ ਧਰਤੀ 'ਤੇ ਰੀਂਗ ਕੇ ਚੱਲਦੀ ਹੈ। ਜਿਵੇਂ ਗੰਢ ਗੰਡੋਏ ਤੁਸੀਂ ਦੇਖੇ ਪੈਰ ਨਹੀਂ ਹੁੰਦੇ, ਰੀਂਗ ਕੇ ਚੱਲਦੇ, ਧਰਤੀ ਰਗੜ ਰਹੇ ਚੱਲਦੇ ਨੇ। ਸੱਪ ਵੀ ਧਰਤੀ 'ਤੇ ਰੀਂਗ ਕੇ ਚੱਲਦੇ ਨੇ। ਕਈਆਂ ਦੇ ਤਾਂ ਪੈਰ ਹੁੰਦੇ ਜਾਨਵਰਾਂ ਦੇ, ਨਹੀਂ, ਇਹ ਰੀਂਗਣ ਵਾਲੇ ਜਾਨਵਰ ਹਨ। ਉਹਨਾਂ ਨੂੰ ਕਹਿੰਦੇ ਤ੍ਰਿਗਤ ਜੋਨ। ਕਿਰਮਾਏ, ਕਿਰਮ ਤੋਂ ਬਣੇ। ਕਿਰਮ ਹੁੰਦਾ ਕੀੜਾ। ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਫਿਰ ਜਿਹੜਾ ਅਗਲਾ ਜਨਮ ਮਿਲਦਾ, ਉਹ ਕੀੜੇ ਦਾ ਮਿਲਦਾ। ਇਹੋ ਜਿਹੇ ਕੀੜੇ ਦਾ ਜਿਹੜਾ ਤੁਰ ਨਹੀਂ ਸਕਦਾ, ਢਿੱਡ ਦੇ ਬਲ ਰੀਂਗ ਕੇ ਜਾਂਦਾ ਧਰਤੀ। ਇਹੋ ਜਿਹੀ ਨਖਿੱਧ ਜੂਨੀਆਂ 'ਚ ਬੰਦਾ ਪੈ ਜਾਂਦਾ। ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲ। ਸੰਤਾਂ ਦੀ ਨਿੰਦਿਆ ਕਰਨਾ ਮਨੁੱਖ ਦੀਆਂ ਤ੍ਰਿਸ਼ਨਾਵਾਂ ਕਦੇ ਖਤਮ ਨਹੀਂ ਹੁੰਦੀਆਂ। ਉਹ ਤ੍ਰਿਸ਼ਨਾਵਾਂ ਮੁੱਕਦੀਆਂ ਨਹੀਂ, ਪੂਰੀਆਂ ਹੁੰਦੀਆਂ ਨੇ। ਇਸ ਲਈ ਉਹ ਤ੍ਰਿਸ਼ਨਾਵਾਂ ਦੇ ਵਿੱਚ ਸੜਦਾ ਰਹਿੰਦਾ, ਜਲਿਆ ਹੁੰਦਾ, ਸੜਦਾ ਰਹਿੰਦਾ। ਕਿਉਂਕਿ ਤ੍ਰਿਸ਼ਨਾ ਜਿਹੜੀ ਹੈ, ਜਦੋਂ ਮਹਾਤਮਾ ਬੁੱਧ ਨੂੰ ਅੱਜ ਤੋਂ 2600 ਸਾਲ ਪਹਿਲਾਂ ਗਿਆਨ ਹੋਇਆ, ਉਹਨਾਂ ਨੇ ਫਿਰ ਜਿਹੜਾ ਪਹਿਲਾ ਭਾਸ਼ਣ ਦਿੱਤਾ, ਉਸ 'ਚ ਉਹਨਾਂ ਨੇ ਕਿਹਾ ਇਹ ਸੰਸਾਰ ਦੁੱਖਾਂ ਦਾ ਘਰ ਹੈ।
ਦੁੱਖਾਂ ਦਾ ਕਾਰਨ ਸਾਡੀਆਂ ਤ੍ਰਿਸ਼ਨਾਵਾਂ ਹਨ। ਇਹ ਤ੍ਰਿਸ਼ਨਾਵਾਂ ਹੀ ਦੁੱਖਾਂ ਦਾ ਕਾਰਨ। ਲੋੜਾਂ ਦੁੱਖਾਂ ਦਾ ਕਾਰਨ ਨਹੀਂ। ਸਾਡੀਆਂ ਲੋੜਾਂ ਥੋੜ੍ਹੇ ਜਿਹੇ ਪੈਸੇ ਨਾਲ ਹੀ ਪੂਰੀਆਂ ਹੋ ਜਾਂਦੀਆਂ। 5-6 ਹਜ਼ਾਰ ਰੁਪਏ ਦੇ ਮੋਬਾਈਲ ਨਾਲ ਵੀ ਸਭ ਕੁਝ ਸਰ ਸਕਦਾ ਹੈ, ਪਰ ਇੱਕ ਕੋਲੇ ਲੱਖ ਰੁਪਏ ਦਾ ਹੈ, ਦੂਜਾ ਕਹਿੰਦਾ ਮੇਰੇ ਕੋਲ ਵੀ ਲੱਖ ਦਾ ਹੋਵੇ। ਹੈਗਾ ਗਰੀਬ, ਹੁਣ ਇੱਛਾ ਕਰ ਲਈ ਮੇਰੇ ਕੋਲ ਲੱਖ ਦਾ ਮੋਬਾਈਲ ਹੋਵੇ, ਉਹ ਹੁੰਦਾ ਨਹੀਂ, ਉਹ ਦੁਖੀ ਹੁੰਦਾ ਰਹਿੰਦਾ, ਉਹ ਦੁਖੀ ਹੁੰਦਾ ਰਹਿੰਦਾ। ਬਹੁਤ ਸਾਰੇ ਲੋਕ ਮੈਂ ਦੇਖੇ ਇਸੇ ਤਰ੍ਹਾਂ ਦੁਖੀ ਹੁੰਦੇ ਰਹਿੰਦੇ। ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਆਪਣੀ ਆਮਦਨ ਦੇ ਅਨੁਸਾਰ ਰਹਿਣਾ ਚਾਹੀਦਾ ਹੈ। ਇਹ ਨਾ ਵੇ ਕਮਾਈ 500 ਹੈ ਅਤੇ ਖਰਚ ਤੁਸੀਂ 505 ਕਰ ਦਿਓ। ਜੇ 5 ਰੁਪਏ ਵੀ ਵੱਧ ਹੋ ਗਏ ਨਾ ਖਰਚ, ਉਹਦੀ ਚਿੰਤਾ ਲੱਗੀ ਰਹੀ, ਇਹ ਕਿਵੇਂ ਉਤਰਨਗੇ, ਇਹ ਕਿਵੇਂ ਉਤਰਨਗੇ। ਉਹ ਚੜ੍ਹ ਕਿਉਂ ਗਏ? ਕੋਈ ਨਾ ਕੋਈ ਤ੍ਰਿਸ਼ਨਾ ਪੂਰੀ ਕੀਤੀ। 45-50 ਹਜ਼ਾਰ ਮੋਟਰਸਾਈਕਲ 'ਤੇ ਵੀ ਚੜ੍ਹਿਆ ਜਾ ਸਕਦਾ ਹੈ, ਇੱਕ ਥਾਂ ਦੂਜੀ ਥਾਂ 'ਤੇ ਜਾਇਆ ਜਾ ਸਕਦਾ। ਨਹੀਂ ਜੀ, ਉਹ ਫਲਾਣੇ ਕੋਲ ਬੁਲਟ 1.5 ਲੱਖ ਦਾ, ਉਹ ਮੈਨੂੰ ਚਾਹੀਦਾ। ਬਈ ਬਾਪ ਦੀ ਆਮਦਨ ਘੱਟ ਹੈ, ਤੇਰੀ ਆਮਦਨ ਆਪਣੀ ਘੱਟ ਹੈ, ਤੇਰੀ ਤ੍ਰਿਸ਼ਨਾ ਹੈ ਮੇਰੇ ਕੋਲ ਉਹ ਹੋਵੇ। ਉਹ ਜਿੰਨਾ ਚਿਰ ਹੋਊਗਾ ਨਹੀਂ 2-3 ਸਾਲ ਇਹ ਦੁਖੀ ਹੀ ਰਹੇਗਾ। ਇਸ ਲਈ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹਦੀਆਂ ਤ੍ਰਿਸ਼ਨਾਵਾਂ ਮੁੱਕਦੀਆਂ ਹੀ ਨਹੀਂ, ਉਹ ਆਪਣੀਆਂ ਤ੍ਰਿਸ਼ਨਾਵਾਂ ਦੇ ਵਿੱਚ ਹੀ ਸੜਦਾ ਬਲਦਾ ਰਹਿੰਦਾ। ਪਰਮਾਤਮਾ ਕਹਿੰਦਾ ਹੈ ਜੀਵ, ਮੈਂ ਤੈਨੂੰ ਪੈਦਾ ਕੀਤਾ, ਮੈਂ ਤੇਰੀਆਂ ਲੋੜਾਂ ਪੂਰੀਆਂ ਕਰਾਂਗਾ, ਉਹ ਵੀ ਤਾਂ ਜੇ ਤੂੰ ਮੇਰਾ ਨਾਮ ਜਪੇਂਗਾ। ਮੈਂ ਤੈਨੂੰ ਨਾਮ ਜਪਣ ਲਈ ਭੇਜਿਆ, ਤੂੰ ਮੇਰਾ ਨਾਮ ਜਪੀ, ਮੈਂ ਤੇਰੀਆਂ ਲੋੜਾਂ ਪੂਰੀਆਂ ਕਰਾਂਗਾ। ਇਹ ਬੰਦਾ ਲੋੜਾਂ ਤੱਕ ਰਹਿੰਦਾ ਨਹੀਂ, ਤ੍ਰਿਸ਼ਨਾਵਾਂ 'ਚ ਚਲਿਆ ਜਾਂਦਾ। ਉਹ ਕਹਿੰਦਾ ਵੀ ਮੈਂ ਤਾਂ ਤੇਰੀ ਲੋੜਾਂ ਪੂਰੀਆਂ ਕਰਨੀ, ਤ੍ਰਿਸ਼ਨਾਵਾਂ ਨਹੀਂ ਕਰਨੀ। ਅਤੇ ਜਿਹੜਾ ਭਜਨ ਬੰਦਗੀ ਵੀ ਨਹੀਂ ਕਰਦਾ, ਫਿਰ ਪਰਮਾਤਮਾ ਨੂੰ ਕਹਿੰਦਾ ਚੰਗਾ ਬਈ ਕਮਾਈ ਜਾ ਅਤੇ ਖਾਈ ਜਾ, ਜਿਹੋ ਜਿਹਾ ਕਮਾ ਲਏਗਾ ਖਾ ਲੈ। ਕਿਉਂਕਿ ਪਰਮਾਤਮਾ ਦਾ ਗੁਰਬਾਣੀ ਹੈ, ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਪਰਮਾਤਮਾ ਉਹਨਾਂ ਦੇ ਹੀ ਕਾਰਜ ਸਵਾਰਦਾ ਜਿਹੜੇ ਉਹਦੀ ਭਜਨ ਬੰਦਗੀ ਕਰਦੇ ਨੇ। ਬਾਕੀ ਨੂੰ ਕਹਿੰਦਾ ਤੁਸੀਂ ਆਪਣੇ ਸਵਾਰਦੇ ਰਹੋ, ਸਵਾਰਦੇ ਰਹੋ। ਕਦੇ ਕਿਸੇ ਦਫ਼ਤਰ ਧੱਕੇ ਖਾਓ, ਕਦੇ ਕਿਸੇ ਦਫ਼ਤਰ ਧੱਕੇ ਖਾਓ, ਕਦੇ ਕਿਸੇ ਕਲਰਕ ਨੂੰ ਇੰਨੇ ਪੈਸੇ ਦਿਓ, ਕਦੇ ਕਿਸੇ ਨੂੰ ਦਿਓ। ਆ ਜਿਹੜੇ ਆਪਣੇ ਸਤਸੰਗੀ ਨੇ, ਕਈ ਕਹਿਣਗੇ ਬੜਾ ਫਾਇਦਾ ਹੋ ਗਿਆ ਬਾਬਾ ਜੀ ਸਾਨੂੰ। ਆ ਗੁਲਜ਼ਾਰ ਸਿੰਘ ਮੈਂ ਕਿੰਨੀ ਵਾਰੀ ਕਿਹਾ ਕਿ ਸਾਰੇ ਸਤਸੰਗ ਮੈਨੂੰ ਜਾਣਦੇ ਨੇ। ਜੇ ਕਿਸੇ ਦਫ਼ਤਰ ਜਾਣਾ ਪੈ ਜਾਏ ਉੱਥੇ ਆਪਣਾ ਕੋਈ ਨਾ ਕੋਈ ਪਹਿਲੇ ਜਾਣੂ ਹੁੰਦਾ। ਜੇ ਮੈਂ ਉਹਨੂੰ ਨਹੀਂ ਵੇਖਾ, ਮੈਨੂੰ ਆਵਾਜ਼ ਮਾਰ ਲੱਗਦਾ ਬਈ ਗੁਲਜ਼ਾਰ ਸਿੰਘ ਕਿੱਥੇ ਫਿਰਦਾ। ਨਾਲੇ ਤਾਂ ਚਾਹ ਪਾਣੀ ਪਿਲਾਉਂਦੇ ਸਤਸੰਗੀ, ਨਾਲੇ ਕੰਮ ਕਰਦੇ ਨੇ। ਸਤਸੰਗੀ ਸੀ ਨਾ, ਭਜਨ ਬੰਦਗੀ ਕਰਨ ਵਾਲੇ ਨੇ। ਭਜਨ ਬੰਦਗੀ ਕਰਨ ਵਾਲੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ, ਇੱਕ ਦੂਜੇ ਦਾ ਕੰਮ ਕਰਨ ਵਾਲੇ ਚਾਹ ਪਾਣੀ ਪਿਲਾਉਂਦੇ ਨੇ। ਅਤੇ ਜੇ ਨਾ ਕੋਈ ਜਾਣੂ ਹੋਵੇ ਤਾਂ ਫਿਰ ਦਕਸ਼ਿਣਾ ਦੇਣੀ ਪੈਂਦੀ ਉੱਥੇ, ਊਂ ਤਾਂ ਫਿਰ ਹੋਣਾ ਕੁਛ ਨਹੀਂ। ਇਸ ਲਈ ਸੰਤਾਂ ਦੀ ਨਿੰਦਿਆ ਕਰਨ ਵਾਲੇ ਦੀਆਂ ਤ੍ਰਿਸ਼ਨਾਵਾਂ ਪੂਰੀਆਂ ਹੁੰਦੀਆਂ ਨੇ। ਇਹ ਤ੍ਰਿਸ਼ਨਾਵਾਂ 'ਚ ਸੜਦੇ ਸੁੜਦੇ ਰਹਿੰਦੇ। ਸੰਤ ਕੈ ਦੁਖਨ ਸਭ ਕੋ ਛਲ। ਜਿਹੜਾ ਸੰਤਾਂ ਦੀ ਨਿੰਦਿਆ ਕਰ ਸਕਦਾ ਉਹ ਤਾਂ ਹਰ ਇੱਕ ਨਾਲ ਧੋਖਾ ਕਰ ਸਕਦਾ। ਛਲ ਦਾ ਧੋਖਾ ਕਰਨਾ, ਧੋਖੇਬਾਜ਼ ਲੋਕ ਹੁੰਦੇ ਨੇ, ਬੜਾ ਮਿੱਠਾ ਮਿੱਠਾ ਬੋਲਦੇ ਨੇ। ਜਿਹੜਾ ਲੋੜ ਤੋਂ ਵੱਧ ਮਿੱਠਾ ਬੋਲੇ ਨਾ, ਉਦੋਂ ਸਾਵਧਾਨ ਹੋ ਜਾਈਦਾ ਵੀ ਇਹ ਮੇਰੇ ਤੋਂ ਕੁਛ ਮੰਗੂ। ਕੋਈ ਆ ਗਿਆ, ਉਹ ਬਾਬਾ ਜੀ ਬੱਲੇ ਬੱਲੇ ਜੀ, ਕਿਆ ਬਾਤ ਹੈ, ਉਹ ਤੁਹਾਡੀ ਬੜੀ ਵਡਿਆਈ ਹੋ ਰਹੀ, ਤੁਸੀਂ ਬੜਾ ਚੰਗਾ ਕੰਮ ਕਰ ਰਹੇ ਹੋ, ਧੰਨਵਾਦ ਜੀ, ਤੁਸੀਂ ਫਲਾਣਾ ਜੀ ਹੈ। ਜਦੋਂ ਲੋੜ ਤੋਂ ਵੱਧ ਹੋ ਜਾਏ ਨਾ, ਫਿਰ ਮੈਂ ਸਾਵਧਾਨ ਹੋ ਜਾਣਾ, ਇਹ ਹੁਣ ਮੈਨੂੰ ਨਾ ਕੁਛ ਮੇਰੇ ਤੋਂ ਮੰਗੂ। ਕਿਉਂਕਿ ਧੋਖਾ ਕਰਨ ਲਈ ਮਿੱਠਾ ਬੋਲਣਾ ਜ਼ਰੂਰੀ ਹੈ। ਉਹ ਛਲ ਕਪਟ ਕਰਦਾ। ਫਿਰ ਇਸ ਤਰ੍ਹਾਂ ਜਿਹੜੇ ਸੰਤਾਂ ਦੇ ਨਿੰਦਕ ਨੇ, ਇਹ ਛਲ ਕਪਟ ਕਰਦੇ ਨੇ। ਇਸ ਲਈ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਅੱਜ ਜਿਹੜਾ ਕਿਸੇ ਦੀ ਨਿੰਦਿਆ ਕਰੇ, ਕੱਲ੍ਹ ਨੂੰ ਤੁਹਾਡੀ ਵੀ ਕਰੇਗਾ।
ਸਾਡੇ ਵੀ ਘਰੇ ਕਰ ਲਓ। ਆ ਜਿਹੜਾ ਬੰਦਾ ਕਿਸੇ ਦੇ ਘਰ ਚੋਰੀ ਕਰੇ, ਕਦੇ ਤੁਹਾਡੇ ਘਰ ਵੀ ਕਰ ਸਕਦਾ ਹੈ। ਇਸ ਲਈ ਸਾਵਧਾਨ ਰਹੀਦਾ। ਸੰਤ ਕੈ ਦੂਖਣ ਤੇਜ ਸਭ ਜਾਏ। ਸੰਤਾਂ ਦੀ ਨਿੰਦਿਆ ਕਰਨ, ਜਿੰਨਾ ਤਪ ਤੇਜ ਹੁੰਦਾ ਬੰਦੇ ਦਾ, ਉਹ ਸਾਰਾ ਖਤਮ ਹੋ ਜਾਂਦਾ। ਕਿਉਂਕਿ ਪਰਮਾਤਮਾ ਉਹਦਾ ਨਾਰਾਜ਼ ਹੁੰਦਾ, ਉਹਦਾ ਤਪ ਤੇਜ ਸਾਰੇ ਖਿੱਚ ਲੈਂਦਾ। ਕਿਉਂਕਿ ਤਪ ਤੇਜ ਤੇ ਪਰਮਾਤਮਾ ਨੇ ਦਿੱਤਾ ਸੀ, ਅਤੇ ਉਹ ਜਦੋਂ ਮਰਜ਼ੀ ਆਪਣੀ ਚੀਜ਼ ਵਾਪਸ ਲੈ ਲੈ ਲੈਂਦੇ। ਤੀਸਰੇ ਪਾਤਸ਼ਾਹ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਰੁਮਾਲ ਦੇ ਕੇ ਭੇਜਿਆ, ਤੂੰ ਹਰੀਪੁਰ ਦੇ ਰਾਜੇ ਕੋਲ ਜਾ, ਹਿਮਾਚਲ 'ਚ। ਉਹਨੂੰ ਕਹਿ ਵੀ ਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਨਗਰ ਵਸਾ ਰਹੇ ਗੋਇੰਦਵਾਲ, ਅਤੇ ਲੱਕੜੀ ਦੀ ਬੜੀ ਲੋੜ ਹੈ, ਵੀ ਕਿਰਪਾ ਕਰਕੇ ਲੱਕੜੀ ਦਿਓ। ਇਹ ਜਿਹੜਾ ਰੁਮਾਲ ਹੈ ਬਹੁਤ ਸ਼ਕਤੀਆਂ ਦਾ ਮਾਲਕ ਹੈ, ਅਤੇ ਤੂੰ ਜਿਹੜਾ ਹੈ ਇਸ ਰੁਮਾਲ ਦੀ ਲੋੜ ਪੈਣ 'ਤੇ ਵਰਤੋਂ ਕਰ ਲੈਣੀ ਹੈ। 7 ਬਚਨ। ਜਦੋਂ ਹਰੀਪੁਰ ਰਾਜ ਗਿਆ, ਉੱਥੇ ਲੋਕ ਰੋ ਰਹੇ ਨੇ। ਉਹਨੇ ਪੁੱਛਿਆ ਸਾਵਣ ਮੱਲ ਨੇ ਵੀ ਤੁਸੀਂ ਰੋ ਕਿਉਂ ਰਹੇ ਹੋ? ਕਹਿ ਜੀ ਸਾਡੇ ਰਾਜ ਦਾ ਇੱਕੋ ਇੱਕ ਪੁੱਤਰ ਸੀ ਅਤੇ ਉਹ ਮਰ ਗਿਆ ਹੈ। ਕਹਿੰਦੇ ਫੂਕ ਤਾਂ ਕਿ ਅੱਜ ਰੱਖਿਆ, ਕਹਿੰਦੇ ਨਹੀਂ ਅਜੇ ਰੱਖਿਆ ਹੋਇਆ। ਕਹਿੰਦੇ ਰਾਜੇ ਨੂੰ ਕਹੋ ਮੈਂ ਉਹਦੇ ਪੁੱਤਰ ਨੂੰ ਜਿਉਂਦਾ ਕਰ ਸਕਦਾ। ਅਤੇ ਉਹਨੇ ਕਿਹਾ ਜੀ ਇੱਕ ਸਿੱਖ ਆਇਆ ਤੀਸਰੇ ਪਾਤਸ਼ਾਹ ਦਾ ਗੋਇੰਦਵਾਲ ਤੋਂ, ਉਹ ਕਹਿੰਦਾ ਮੈਂ ਰਾਜੇ ਦੇ ਪੁੱਤਰ ਨੂੰ ਜਿਉਂਦਿਆਂ ਕਰ ਸਕਦਾ। ਕਹਿੰਦੇ ਲਿਆਓ ਭਾਈ ਉਹਨੂੰ। ਚਲੇ ਗਏ। ਰਾਜੇ ਨੇ ਸਤਿਕਾਰ ਕੀਤਾ। ਕਹਿੰਦੇ ਰਾਜਨ ਮੈਂ ਤੁਹਾਡੇ ਪੁੱਤਰ ਨੂੰ ਜਿਉਂਦਾ ਕਰ ਸਕਦਾ, ਪਰ ਇੱਕ ਸ਼ਰਤ ਹੈ, ਤੁਸੀਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਮੰਨਣਾ ਹੋਵੇਗਾ। ਉਹ ਕਹਿੰਦਾ ਮੈਨੂੰ ਮਨਜ਼ੂਰ ਹੈ ਜੀ, ਮਰਦਾ ਕੀ ਨਾ ਕਰਦਾ, ਮੈਨੂੰ ਮਨਜ਼ੂਰ ਹੈ। ਉਹਨਾਂ ਜਿਹੜਾ ਤੀਸਰੇ ਪਾਤਸ਼ਾਹ ਨੇ ਰੁਮਾਲ ਦਿੱਤਾ ਸੀ, ਉਹ ਬੱਚੇ ਦੇ ਉੱਤੇ ਫੇਰਿਆ। ਜਦੋਂ ਉਹਦੇ ਮੂੰਹ 'ਤੇ ਫੇਰਿਆ, ਬੱਚਾ ਲੇਟਿਆ ਬੈਠਾ ਹੋ ਗਿਆ ਹੈ। ਸਾਰੇ ਰਾਜ 'ਚ ਖੁਸ਼ੀਆਂ ਹੋ ਗਈਆਂ, ਖੁਸ਼ੀਆਂ ਦੇ ਢੋਲ ਵੱਜ ਰਹੇ ਨੇ। ਰਾਜਾ ਸਾਵਣ ਮੱਲ ਨੂੰ ਮੱਥੇ ਟੇਕ ਰਿਹਾ। ਉਹ ਕਹਿੰਦੇ ਨਹੀਂ ਜੀ ਮੈਂ ਤਾਂ ਗੁਰੂ ਦਾ ਸਿੱਖ ਹਾਂ, ਮੱਥਾ ਟੇਕਣਾ ਅਤੇ ਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਜਾ ਕੇ ਟੇਕਿਓ। ਫਿਰ ਕਹਿੰਦਾ ਦੱਸੋ ਜੀ ਤੁਹਾਡੀ ਮੈਂ ਕੀ ਸੇਵਾ ਕਰਾਂ? ਕਹਿੰਦੇ ਵੀ ਇਸ ਤਰ੍ਹਾਂ ਸਾਡੇ ਗੁਰੂ ਮਹਾਰਾਜ ਨਾ ਗੋਇੰਦਵਾਲ ਨਗਰ ਵਸਾ ਰਹੇ ਨੇ, ਅਤੇ ਲੱਕੜ ਦੀ ਬਹੁਤ ਲੋੜ ਹੈ। ਕਹਿੰਦੇ ਕੋਈ ਨਹੀਂ, ਜਿੰਨੀਆਂ ਲੱਕੜਾਂ ਚਾਹੀਦੀਆਂ ਮੈਂ ਇੱਥੋਂ ਜੰਗਲ ਵਢਾ ਕੇ ਬਿਆਸਾ ਦਰਿਆ 'ਚ ਰੋੜ ਦਾਂਗਾ ਲੱਕੜਾਂ, ਉੱਥੋਂ ਤੁਹਾਡੇ ਆਪਣੇ ਬੰਦੇ ਜਿਹੜੇ ਨੇ ਉਹ ਲੱਕੜਾਂ ਕੱਢ ਲਿਆ ਕਰੋ। ਇਸ ਤਰ੍ਹਾਂ ਉਹਨੇ ਬੰਦੇ ਲਾਤੇ ਨੇ, ਉਹ ਵੱਡੀ ਲੱਕੜਾਂ ਵੱਢ ਕੇ ਉਹ ਦਰਿਆ 'ਚ ਸੁੱਟੀ ਜਾਂਦੇ ਨੇ। ਅੱਗੋਂ ਸਿੱਖ ਜੇ ਗੋਇੰਦਵਾਲ ਜਾ ਕੇ ਬੇੜੀਆਂ ਲਾ ਕੇ ਉਹ ਕੱਢ ਲੈਂਦੇ ਨੇ। ਬੜੀ ਮਾਨਤਾ ਸ਼ੁਰੂ ਹੋ ਗਈ ਹੈ। ਕਾਫੀ ਦੇਰ ਰਹੇ। ਗੁਰੂ ਮਹਾਰਾਜ ਸੁਨੇਹਾ ਭੇਜਿਆ ਵੀ ਸਾਵਣ ਮੱਲ ਨੂੰ ਕਹੋ ਲੱਕੜ ਬਹੁਤ ਆ ਗਈ, ਹੁਣ ਵਾਪਸ ਆ ਜੇ। ਉਹਨੇ ਕਿਹਾ ਜੇ ਮੈਂ ਵਾਪਸ ਗਿਆ, ਗੁਰੂ ਮਹਾਰਾਜ ਨੇ ਰੁਮਾਲ ਲੈ ਲੈਣਾ। ਇਹ ਤਾਂ ਬੜਾ ਸ਼ਕਤੀਸ਼ਾਲੀ ਰੁਮਾਲ ਹੈ, ਮੈਂ ਕਿਉਂ ਨਾ ਇੱਥੇ ਹੀ ਰਹਾਂ। ਬਹਾਨੇ ਬਣਾਉਂਦਾ ਰਿਹਾ। ਗੁਰੂ ਮਹਾਰਾਜ ਸੋਚਿਆ ਵੀ ਅੱਛਾ ਇਹ ਬੇਮੁਖ ਹੋ ਗਿਆ ਹੈ। ਗੁਰੂ ਮਹਾਰਾਜ ਜਿਹੜੇ ਰੁਮਾਲ ਦੀ ਸ਼ਕਤੀ ਪਾਈ ਸੀ ਨਾ, ਉਹ ਸਾਰੀ ਖਿੱਚ ਲਈ। ਹੁਣ ਉਹ ਕੱਪੜੇ ਦਾ ਟੁਕੜਾ ਰਹਿ ਗਿਆ, ਹੁਣ ਉਹ 'ਚ ਸ਼ਕਤੀ ਕੋਈ ਨਹੀਂ ਰਹੀ, ਅਤੇ ਸਾਵਣ ਮੱਲ ਜੀ ਢਿੱਲੇ ਹੋ ਗਏ। ਫਿਰ ਰਾਜੇ ਦੇ ਨਾਲ ਗੁਰੂ ਮਹਾਰਾਜ ਕੋਲ ਆਏ, ਨਾਲੇ ਮੁਆਫੀਆਂ ਮੰਗੀਆਂ, ਅਤੇ ਰਾਜੇ ਨੇ ਗੁਰੂ ਮਹਾਰਾਜ ਧੰਨਵਾਦ ਕੀਤਾ, ਤੁਸੀਂ ਮੇਰਾ ਬੱਚਾ ਜਿਹੜਾ ਹੈ ਜਿਉਂਦਾ ਕਰ ਦਿੱਤਾ। ਸੋ ਇਹ ਜਿਹੜਾ ਤਪ ਤੇਜ ਹੁੰਦਾ ਨਾ, ਜਿਹਨੇ ਤਪ ਤੇਜ ਦਿੱਤਾ ਵਾਪਸ ਵੀ ਲੈ ਸਕਦਾ ਹੁੰਦਾ। ਇਸ ਲਈ ਸੰਤਾਂ ਦੀ ਨਿੰਦਿਆ ਕਰਨ ਵਾਲੇ ਦਾ ਪਰਮਾਤਮਾ ਸਾਰਾ ਤੇਜ ਖੋਹ ਲੈਂਦਾ ਹੈ। ਸੰਤ ਕੈ ਦੂਖਣ ਨੀਚ ਨੀਚਾਏ। ਨੀਚ ਨਚਾਏ ਅਤੀ ਨੀਚ, ਨੀਚਾਂ 'ਚ ਅਤੀ ਨੀਚ। ਸੰਤਾਂ ਦੀ ਨਿੰਦਿਆ ਕਰਨ ਵਾਲਾ ਅਤੀ ਨੀਚ ਮਨੁੱਖ ਬਣ ਜਾਂਦਾ ਹੈ। ਸੰਤ ਦੋਖੀ ਕਾ ਥਾਂ ਕੋ ਨਾਹੀਂ। ਜਿਹੜਾ ਸੰਤ ਦਾ ਨਿੰਦਕ ਹੈ ਨਾ, ਇਹਨੂੰ ਟਿਕਣ ਲਈ ਕੋਈ ਥਾਂ ਨਹੀਂ ਮਿਲਦੀ। ਇਹ ਨਿਥਾਵਾਂ ਹੋ ਜਾਂਦਾ ਹੈ, ਇਹਨੂੰ ਕੋਈ ਓਟ ਆਸਰਾ ਢੋਈ ਪ੍ਰਾਪਤ ਨਹੀਂ ਹੁੰਦੀ।
ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੀ। ਓਏ ਜਿਹੜਾ ਸ਼ਬਦ ਹੈ ਇਹ ਬਹੁਵਚਨ ਹੈ। ਇਹਦੇ 3-4 ਰੂਪ ਨੇ। ਇੱਕ ਹੈ ਉਹ, ਊੜੇ ਦਾ ਮੂੰਹ ਖੁੱਲ੍ਹਾ, ਹਾਹੇ ਨੂੰ ਔਂਕੜ ਉਹ, ਇਹ ਹੈ ਪੁਲਿੰਗ ਇੱਕ ਵਚਨ। ਇੱਕ ਹੈ ਊੜੇ ਦਾ ਮੂੰਹ ਖੁੱਲ੍ਹਾ, ਹਾਹਾ ਉਹ, ਇਹ ਇੱਕ ਵਚਨ ਹੈ, ਇਸਤਰੀ ਲਿੰਗ। ਇੱਕ ਹੈ ਊੜੇ ਦਾ ਮੂੰਹ ਖੁੱਲ੍ਹਾ, ਹਾਹੇ ਨੂੰ ਸਿਆਰੀ ਉਹ, ਇਹ ਹੈ ਬਹੁਵਚਨ। ਇਸ ਤਰ੍ਹਾਂ ਊੜੇ ਦਾ ਮੂੰਹ ਖੁੱਲ੍ਹਾ, ਈੜੀ ਨੂੰ ਸਿਆਰੀ ਓਏ, ਇਹ ਸ਼ਬਦ ਵੀ ਬਹੁਵਚਨ ਹੈ। ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੀ। ਜਿਹੜੇ ਨਿੰਦਕ ਨੇ ਨਾ, ਜੇ ਸੰਤ ਠੀਕ ਸਮਝੇ ਤਾਂ ਉਹ ਨਿੰਦਕਾਂ ਦੀ ਵੀ ਗਤੀ ਹੋ ਸਕਦੀ ਹੈ, ਕਿਉਂਕਿ ਨਿੰਦਕਾਂ ਨੂੰ ਫਿਰ ਗਿਆਨ ਹੋ ਜਾਂਦਾ ਵੀ ਅਸੀਂ ਗਲਤੀ ਕਰਦੇ ਰਹੇ। ਉਹ ਪਛਤਾਤਾਪ ਕਰਦੇ ਨੇ, ਸੰਤਾਂ ਦੀ ਸੰਗਤ ਕਰਦੇ ਨੇ, ਪਛਤਾਤਾਪ ਕਰਦੇ, ਨਾਮ ਜਪਦੇ ਹੋਏ ਅਖੀਰ ਨੂੰ ਇੱਕ ਦਿਨ ਗਤੀ ਪ੍ਰਾਪਤ ਕਰਦੇ, ਮੁਕਤ ਹੋ ਜਾਂਦੇ ਨੇ। ਉਹ ਤਾਂ ਨੇ ਜਿਸ ਸੰਤ ਦੀ ਨਿੰਦਿਆ ਕਰਦੇ, ਜੇ ਉਸ ਸੰਤ ਨੂੰ ਭਾਜੇ ਵੀ ਚਲੋ ਕੋਈ ਨਹੀਂ ਤਾਂ ਅਗਿਆਨੀ ਨੇ, ਹੁਣ ਆ ਗਏ ਨੇ, ਇਹਨਾਂ ਨੂੰ ਮਾਫ਼ ਕਰ ਦਿਓ। ਅੱਗੇ ਕਹਿੰਦੇ ਸੰਤ ਕਾ ਨਿੰਦਕ ਮਹਾਂ ਅਤਤਾਈ। ਅਤਤਾਈ ਜਿਹਨੂੰ ਲੋਕ ਅੱਤਵਾਦੀ ਵੀ ਕਹਿੰਦੇ, ਹਿੰਦੀ ਵਾਲੇ ਉਗਰਵਾਦੀ ਕਹਿੰਦੇ ਨੇ। ਅਤਤਾਈ ਜਿਹਨੇ ਅੱਤ ਚੁੱਕੀ ਹੋਵੇ, ਜਿਹੜਾ ਬਹੁਤ ਜ਼ੁਲਮ ਕਰਦਾ ਹੋਵੇ ਦੂਜਿਆਂ 'ਤੇ, ਮਾਰ ਧਾੜ ਕਰਦਾ ਹੋਵੇ, ਉਹਨੂੰ ਕਹਿੰਦੇ ਇਹ ਅੱਤਵਾਦੀ ਹੈ ਜੀ। ਸੰਤ ਦਾ ਨਿੰਦਕ ਜਿਹੜਾ ਹੁੰਦਾ ਇਹ ਅਤਤਾਈ ਹੁੰਦਾ, ਇਹਨੇ ਅੱਤ ਚੁੱਕੀ ਹੁੰਦੀ ਹੈ। ਅਤੇ ਧਰਮ ਕਹਿੰਦਾ ਵੀ ਅੱਤ ਅਤੇ ਖੁਦਾ ਦਾ ਵੈਰ ਹੁੰਦਾ ਹੈ। ਜਿੱਥੇ ਜ਼ੁਲਮ ਦੀ ਅੱਤ ਹੋ ਜਾਏ ਨਾ, ਫਿਰ ਖੁਦਾ ਨੂੰ ਦਖਲ ਦੇਣਾ ਪੈਂਦਾ ਹੈ। ਫਿਰ ਖੁਦਾ ਜਿਹੜਾ ਹੈ ਠੀਕ ਕਰਦਾ ਇਹਨਾਂ ਅੱਤਵਾਦੀਆਂ ਨੂੰ, ਐਸਾ ਪ੍ਰਬੰਧ ਕਰਦਾ ਸਾਰੇ ਮਾਰੇ ਮੂਰੇ ਜਾਂਦੇ। ਇਸ ਲਈ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ, ਜਦੋਂ ਕੱਕੇ ਨੂੰ ਔਂਕੜ ਲੱਗਿਆ ਨਿੰਦਕ, ਉਦੋਂ ਇੱਕ ਵਚਨ ਹੋ ਗਿਆ। ਸੰਤਾਂ ਦਾ ਨਿੰਦਕ ਅੱਤਵਾਦੀ ਹੁੰਦਾ, ਅੱਤਤਾਈ ਹੁੰਦਾ, ਇਹਨੇ ਅੱਤ ਚੁੱਕੀ ਹੁੰਦੀ ਹੈ, ਇਹ ਬੜਾ ਪਾਪੀ ਹੁੰਦਾ, ਜ਼ਾਲਮ ਹੁੰਦਾ ਹੈ। ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ। ਸੰਤ ਦੇ ਨਿੰਦਕ ਨੂੰ ਇੱਕ ਸੈਕਿੰਡ ਲਈ ਵੀ ਮਨ ਨੂੰ ਆਰਾਮ ਨਹੀਂ ਮਿਲਦਾ, ਮਨ ਬੇਚੈਨ ਰਹਿੰਦਾ। ਯਾਦ ਰੱਖੋ, ਜਿਹੜਾ ਅਸੀਂ ਤੀਰ ਕਿਸੇ 'ਤੇ ਚਲਾ ਰਹੇ ਹਾਂ, ਸਿਆਣੇ ਕਹਿੰਦੇ ਨੇ ਉਹੀ ਤੀਰ ਪਹਿਲਾਂ ਜਿਸ 'ਤੇ ਚਲਾ ਉਹਨੂੰ ਵੱਜਦਾ ਹੈ, ਉਹਨੂੰ ਵੱਜ ਕੇ ਮੁੜ ਕੇ ਤੁਹਾਨੂੰ ਆ ਕੇ ਵੱਜਦਾ ਹੈ। ਤੁਸੀਂ ਕਿਸੇ ਦਾ ਬੁਰਾ ਸੋਚ ਰਹੇ ਹੋ, ਬੁਰੇ ਸੋਚ ਦਾ ਤੀਰ ਮਾਰਿਆ ਤੁਸੀਂ ਕਿਸੇ ਨੂੰ, ਉਹ ਮੁੜ ਕੇ ਤੁਹਾਨੂੰ ਹੀ ਆ ਵੱਜਣਾ। ਤੁਸੀਂ ਉਹਦੇ ਬਾਰੇ ਬੁਰਾ ਸੋਚਦੇ ਹੋ, ਉਹ ਤੁਹਾਡੇ ਬਾਰੇ ਬੁਰਾ ਸੋਚਣ ਲੱਗ ਜਾਏਗਾ। ਤੁਸੀਂ ਦੂਜੇ ਬਾਰੇ ਚੰਗਾ ਸੋਚਦੇ ਹੋ, ਉਹ ਹੌਲੀ ਹੌਲੀ ਤੁਹਾਡੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦੇਗਾ। ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਨੇ। ਭਾਵੇਂ ਬੋਲੋ ਨਾ, ਮਨ 'ਚ ਕਿਸੇ ਨਾਲ ਵੈਰ ਰੱਖੋ, ਹੌਲੀ ਹੌਲੀ ਉਹ ਵੀ ਆਪਣੇ ਮਨ 'ਚ ਤੁਹਾਡੇ ਨਾਲ ਵੈਰ ਰੱਖਣ ਲੱਗ ਜਾਏਗਾ। ਇਸ ਲਈ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ, ਉਹਨੂੰ ਇੱਕ ਸੈਕਿੰਡ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਉਹਦਾ ਮਨ ਟਿਕਦਾ ਨਹੀਂ ਹੈ। ਟਿਕੇ ਤਾਂ ਸ਼ਾਂਤੀ ਮਿਲੇ, ਮਨ ਟਿਕਦਾ ਨਹੀਂ ਹੈ, ਇਸ ਲਈ ਮਨ ਅਸ਼ਾਂਤ ਰਹਿੰਦਾ। ਸੰਤ ਕਾ ਨਿੰਦਕ ਮਹਾਂ ਹਤਿਆਰਾ। ਹਤਿਆਰਾ ਹੁੰਦਾ ਹੱਤਿਆ ਕਰਨ ਵਾਲਾ, ਦੂਜੇ ਨੂੰ ਮਾਰਨ ਵਾਲਾ। ਜਿਹੜਾ ਸੰਤ ਦਾ ਨਿੰਦਕ ਹੈ, ਐਸਾ ਬਹੁਤ ਵੱਡਾ ਹਥਿਆਰਾ ਹੈ ਉਹ, ਮਹਾਂ ਹਥਿਆਰਾ, ਬਹੁਤ ਵੱਡਾ ਹਥਿਆਰਾ ਹੈ, ਬਹੁਤ ਵੱਡਾ ਹੱਤਿਆ ਕਰਨ ਵਾਲਾ ਹੈ। ਐਸਾ ਜਿਵੇਂ ਕਿਸੇ ਦੀ ਹੱਤਿਆ ਕਰ ਮਾਰ ਦੇਣਾ, ਇਸ ਤਰ੍ਹਾਂ ਸਮਝ ਲਓ ਹਥਿਆਰਾ ਹੈ। ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਧਿਆਨ ਦੇਣਾ, ਜੇ ਸੱਸੇ ਨੂੰ ਔਂਕੜ ਨਾ ਹੁੰਦਾ ਫਿਰ ਆਪਣੇ ਪਰਮੇਸ਼ਰ ਮਾਰਾ, ਫਿਰ ਪਰਮੇਸ਼ਰ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਦੇ। ਹੁਣ ਸੱਸੇ ਨੂੰ ਔਂਕੜ ਲੱਗਾ, ਹੁਣ ਪੜ੍ਹਨਾ ਪਰਮੇਸ਼ਵਰ। ਅਰਥ ਉਹੀ ਹੈ, ਅਰਥ ਪਰਮੇਸ਼ਰ ਹੀ ਹੈ, ਪਰ ਇਹਨੂੰ ਪੜ੍ਹਨਾ ਪਰਮੇਸ਼ਵਰ, ਕਿਉਂਕਿ ਅਖੀਰਲੇ ਅੱਖਰ ਤੋਂ ਬਿਨਾਂ
ਬਾਕੀ ਜਿਸ ਵੀ ਅੱਖਰ ਨੂੰ ਕੁਝ ਲਗਮ ਮਾਤਰ ਲੱਗੇ ਉਹ ਬੋਲਣੀ ਹੈ। ਜਿਵੇਂ ਮੰਮੇ ਨੂੰ ਲਾਂ ਲੱਗੀ ਹੈ ਬੋਲਣੀ ਹੈ, ਸੱਸੇ ਨੂੰ ਔਂਕੜ ਲੱਗਾ ਬੋਲਣੇ, ਪਰ ਰਾਰੇ ਨੂੰ ਸਿਆਰੀ ਨਹੀਂ ਬੋਲਣੀ, ਕਿਉਂਕਿ ਗੁਰਬਾਣੀ ਅਨੁਸਾਰ ਜਿਹੜੀ ਸਿਆਰੀ ਹੈ ਉਹ ਈੜੀ ਅਤੇ ਹਾਹੇ ਨਾਲ ਹੀ ਬੋਲਦੀ, ਬਾਕੀ ਕਿਸੇ ਨਾਲ ਨਹੀਂ ਬੋਲਦੀ। ਅਖੀਰਲੀ ਜਿਹੜੀ ਸਿਹਾਰੀ ਹੈ ਉਹ ਈੜੀ ਅਤੇ ਹਾਹੇ ਨਾਲ ਬੋਲਦੀ, ਬਾਕੀ ਕਿਸੇ ਅੱਖਰ ਨਾਲ ਨਹੀਂ ਬੋਲਦੇ। ਇਸ ਲਈ ਰਾਰੇ ਨੂੰ ਸਿਆਰੀ ਲੱਗਿਆ, ਇਹ ਸਿਆਰੀ ਦੇ ਨਾਲ ਨਹੀਂ ਬੋਲੇਗੀ। ਪਰਮੇਸ਼ਰ ਪਰਮਾਤਮਾ ਨੇ ਸਿਆਰੀ ਰਾਰੇ ਨੂੰ ਸਿਆਰੀ ਕਿਉਂ ਲਾਈ ਹੈ? ਜੇ ਸਿਆਰੀ ਨਾਲ ਲਾਉਂਦੇ ਅਰਥ ਹੋਣਾ ਸੀ ਪਰਮੇਸ਼ਰ, ਫਿਰ ਪਰਮੇਸ਼ਰ ਹੋਣਾ ਸੀ। ਰਾਰੇ ਨੂੰ ਸਿਆਰੀ ਦਾ ਮਤਲਬ ਪਰਮੇਸ਼ਰ ਨੇ, ਪਰਮਾਤਮਾ ਨੇ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਪਰਮਾਤਮਾ ਨੂੰ ਮਾਰ ਦਿੰਦਾ ਹੈ। ਕਿਉਂਕਿ ਪਰਮਾਤਮਾ ਸਿਰਫ ਉਹਨੂੰ ਹੀ ਪਸੰਦ ਕਰਦਾ ਜਿਹੜਾ ਆਪ ਭਜਨ ਬੰਦਗੀ ਕਰਦਾ ਅਤੇ ਦੂਜਿਆਂ ਨੂੰ ਭਜਨ ਬੰਦਗੀ ਕਰਨ ਬਾਰੇ ਕਹਿੰਦਾ। ਜਿਹੜਾ ਆਪ ਭਜਨ ਬੰਦਗੀ ਨਹੀਂ ਕਰਦਾ ਅਤੇ ਭਜਨ ਬੰਦਗੀ ਕਰਨ ਵਾਲੇ ਤੰਗ ਕਰਦਾ, ਦੂਸ਼ਣ ਲਾਉਂਦਾ, ਫਿਰ ਪਰਮਾਤਮਾ ਨੂੰ ਮਾਰ ਦਿੰਦਾ ਵੀ ਤੇਰੇ ਤੋਂ ਕੀ ਕਰਾਉਣਾ, ਤੂੰ ਐਵੇਂ ਧਰਤੀ 'ਤੇ ਬੋਝ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ। ਮੰਨ ਲਓ ਕੋਈ ਰਾਜਾ ਹੈ ਅਤੇ ਸਾਧੂਆਂ ਦੀ ਨਿੰਦਿਆ ਕਰਨ ਲੱਗਦਾ, ਇੱਕ ਦਿਨ ਉਹਦਾ ਰਾਜ ਹੀ ਖਤਮ ਹੋ ਜਾਂਦਾ। ਕੋਈ ਦੂਜਾ ਰਾਜਾ ਉੱਠਦਾ ਅਤੇ ਉਸ 'ਤੇ ਹਮਲਾ ਕਰ ਦਿੰਦਾ, ਉਸ ਤੋਂ ਰਾਜ ਖੋਹ ਲੈਂਦਾ। ਰਾਜਿਆਂ ਦਾ ਰਾਜ ਚਲਿਆ ਜਾਂਦਾ ਹੁੰਦਾ ਨਿੰਦਿਆ ਕਰਨ ਵਾਲੇ ਦਾ। ਇਸ ਲਈ ਆਮ ਤੌਰ 'ਤੇ ਤੁਸੀਂ ਦੇਖਿਓ ਅਮੀਰ ਲੋਕ ਅਤੇ ਰਾਜਨੀਤਿਕ ਲੋਕ ਇਹ ਸਾਧੂਆਂ ਦੀ ਨਿੰਦਿਆ ਨਹੀਂ ਕਰਦੇ, ਇਹ ਸਗੋਂ ਸਾਧੂਆਂ ਦਾ ਸਤਿਕਾਰ ਕਰਦੇ। ਸਾਧੂਆਂ ਕੋਲ ਅਮੀਰ ਲੋਕ ਵੀ ਹੁੰਦੇ ਨੇ, ਬਹੁਤ ਅਮੀਰ ਜਿਹੜੇ ਕਰੋੜਾਪਤੀ ਨੇ ਉਹ ਵੀ ਸਾਧੂਆਂ ਕੋਲ ਆਉਂਦੇ ਨੇ। ਰਾਜਨੀਤਿਕ ਲੋਕ ਵੀ ਸਾਧੂਆਂ ਤੋਂ ਆਸ਼ੀਰਵਾਦ ਲੈਣ ਆਉਂਦੇ ਨੇ। ਇੱਕ ਰਾਜਨੀਤਿਕ ਲੋਕ ਅਤੇ ਅਮੀਰ ਲੋਕ ਕਦੇ ਵੀ ਸਟੇਜ 'ਤੇ ਸਾਧੂਆਂ ਦੀ ਨਿੰਦਿਆ ਨਹੀਂ ਕਰਦੇ। ਦੁੱਖ ਇਸ ਗੱਲ ਦਾ ਹੈ ਕਿ ਸਾਧੂ ਦੀ ਨਿੰਦਿਆ ਕਰ ਹੀ ਹੋ ਰਿਹਾ ਜਿਹੜਾ ਆਪ ਭਜਨ ਬੰਦਗੀ ਕਰ ਰਿਹਾ ਹੈ। ਦੇਖੋ, ਭਜਨ ਬੰਦਗੀ ਕਰਨ ਵਾਲਾ ਹੀ ਦੂਜੇ ਭਜਨ ਬੰਦਗੀ ਕਰਨ ਵਾਲਾ ਈਰਖਾ ਕਰਦਾ ਅਤੇ ਫਿਰ ਨਿੰਦਿਆ ਕਰਦਾ ਹੈ। ਮੈਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਸਟੇਜ 'ਤੇ ਖਲੋ ਕੇ ਕਿਸੇ ਸਾਧੂ ਦੀ ਨਿੰਦਿਆ ਕਰਦਾ ਨਹੀਂ ਸੁਣਿਆ, ਨਾ ਕਿਸੇ ਅਮੀਰ ਨੇ ਕਦੇ ਕਿਸੇ ਸਾਧੂ ਦੀ ਨਿੰਦਿਆ ਕੀਤੀ। ਕਈਆਂ ਨੂੰ ਆਦਤ ਹੁੰਦੀ ਹੈ ਉਂਝ ਹੀ ਬਿਨਾਂ ਦੇਖੇ ਹੋਏ। ਚਲੋ ਜੇ ਆਪਾਂ ਕਿਸੇ ਦਾ ਦੋਸ਼ ਵੇਖ ਵੀ ਲਿਆ ਮੰਨ ਲਓ, ਅਤੇ ਸਿੱਖ ਨੂੰ ਤਾਂ ਵੈਸੇ ਹੀ ਹੁਕਮ ਹੈ, ਜਿਹਨੇ ਦੇਖ ਕੇ ਅਣਡਿੱਠ ਕੀਤਾ, ਦੇਖ ਲਿਆ ਅੱਖਾਂ ਨਾਲ ਵੀ ਇਹ ਕੰਮ ਗਲਤ ਇਹਨੇ ਕੀਤਾ, ਫਿਰ ਵੀ ਸਿੱਖ ਨੂੰ ਹੁਕਮ ਹੈ ਤੂੰ ਅਣਡਿੱਠ ਕਰ ਦੇ। ਇਹ ਨਹੀਂ ਕਿ ਉਹਦੇ ਨੁਕਸ ਨੂੰ ਛੱਜ ਪਾ ਕੇ ਤੂੰ ਛੱਟ। ਅੱਜ ਇਹੀ ਆਦਤ ਹੋ ਗਈ ਮਨੁੱਖ ਦੀ, ਉਹ ਕਹਿੰਦੇ ਵੇਖ ਲੈਂਦੇ ਨੁਕਸ, ਉਹਨੂੰ ਛੱਜ 'ਚ ਪਾ ਕੇ ਛੱਡਦਾ ਹੈ। ਇਹ ਨਹੀਂ ਸੋਚਦਾ ਭਲਿਆ ਮਾਨਸਾ ਉਹਦੇ 'ਚ ਆਹ ਨੁਕਸ ਹੈ, ਤੇਰੇ 'ਚ ਹੋ ਸਕਦਾ ਕੋਈ ਹੋਰ ਹੋਵੇ। ਦੂਜੇ ਦੇ ਨੁਕਸ ਕੱਢਣ ਤੋਂ ਪਹਿਲਾਂ ਸਿਆਣੇ ਕਹਿੰਦੇ ਆਪਣੀ ਪੀੜ੍ਹੀ ਹੇਠਾਂ ਸੋਟੀ ਫੇਰ ਲੈਣੀ ਚਾਹੀਦੀ। ਬਹੁਤ ਵਿਰਲੇ ਟਾਵੇਂ ਲੋਕ ਹੋਣਗੇ ਜਿਸ 'ਚ ਕੋਈ ਨੁਕਸ ਨਾ ਹੋਵੇ, ਨਹੀਂ ਤਾਂ ਕਿਸੇ 'ਚ ਕੋਈ ਹੁੰਦਾ, ਕਿਸੇ 'ਚ ਕੋਈ ਹੁੰਦਾ। ਜਿਹੜਾ ਨਿੰਦਿਆ ਕਰ ਰਿਹਾ ਹੈ ਉਹਦੇ 'ਚ ਹੋਰ ਕੋਈ ਨੁਕਸ ਹੋ ਸਕਦਾ, ਉਹਨੂੰ ਆਪਣਾ ਨਹੀਂ ਦਿਸ ਰਿਹਾ ਹੁੰਦਾ, ਦੂਜੇ ਦਾ ਦਿਸ ਰਿਹਾ ਹੁੰਦਾ। ਜਿਵੇਂ ਦੋ ਬੰਦੇ ਨੇ ਪੀੜ੍ਹੀਆਂ 'ਤੇ ਬੈਠੇ ਨੇ, ਦੋਨਾਂ ਦੀ ਪੀੜ੍ਹੀਆਂ ਹੇਠਾਂ ਕੇਲੇ ਦੀਆਂ ਛਿਲਕਾਂ ਪਈਆਂ ਨੇ। ਉਹ ਆਪਣੀ ਪੀੜ੍ਹੀ ਹੇਠਾਂ ਕੇਲੇ ਦੀ ਛਿਲਕ ਨਹੀਂ ਵੇ, ਦੂਜੇ ਦੀ ਪੀੜ੍ਹੀ ਹੇਠਾਂ ਦਿਸ ਰਹੀ ਹੁੰਦੀ, ਅੱਛਾ ਉਹ ਕੇਲੇ ਦਾ ਛਿੱਲੜ ਪਿਆ, ਛਿੱਲੜ ਪਿਆ। ਸਾਨੂੰ ਦੂਜਿਆਂ ਦੇ ਨੁਕਸ ਦਿਸਦੇ ਨੇ, ਆਪਣੇ ਨਹੀਂ ਦਿਸਦੇ। ਜਦੋਂ ਕਿਤੇ ਸਾਨੂੰ ਆਪਣੇ ਨੁਕਸ ਦੂਰ ਕਰਨ ਦੀ ਆਦਤ ਪੈ ਗਈ ਨਾ, ਅਸੀਂ ਕਿਸੇ ਦੇ ਨੁਕਸ ਕੱਢਣੇ ਹੀ ਨਹੀਂ। ਪਤਾ ਲੱਗੇਗਾ ਵੀ ਉਹ ਸਾਡੇ ਤਾਂ ਆਪਣੇ ਜੀ ਕਿੰਨੇ ਨੇ। ਹੁਣ ਪਤਾ ਕਿਵੇਂ ਲੱਗੇ ਸਾਡੇ 'ਚ ਨੁਕਸ? ਆਪਣੇ ਕੰਮਾਂ ਨੂੰ, ਆਪਣੇ ਵਿਚਾਰਾਂ ਨੂੰ ਗੁਰਬਾਣੀ ਪੜ੍ਹੋ ਅਤੇ ਗੁਰਬਾਣੀ ਅਨੁਸਾਰ ਦੇਖੀ ਜਾਓ ਵੀ ਗੁਰਬਾਣੀ ਕੀ ਕਹਿ ਰਹੀ ਹੈ। ਹੁਣ ਗੁਰਬਾਣੀ ਕਹਿੰਦੇ ਗੁਰ ਪੀਰ ਹਮ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਮੁਰਦਾਰ ਦੇ ਹਰਾਮ ਦੀ ਕਮਾਈ। ਗੁਰੂ ਪੀਰ ਔਖੇ ਸਮੇਂ ਤਾਂ ਹੀ ਹਾਮੀ ਭਰਨਗੇ ਜੇ ਬੰਦਾ ਹਰਾਮ ਦੀ ਕਮਾਈ ਨਾ ਖਾਵੇ।
ਗੁਰੂ ਨੇ ਕਿਸੇ ਚੋਰ, ਡਾਕੂ, ਲੁਟੇਰੇ, ਠੱਗ, ਬਦਮਾਸ਼, ਰਿਸ਼ਵਤ ਖੋਰ, ਲੋਕਾਂ ਦੇ ਘਰ ਦੱਬਣ ਵਾਲੇ, ਲੋਕਾਂ ਦੇ ਪਲਾਟ ਦੱਬਣ ਵਾਲੇ, ਲੋਕਾਂ 'ਤੇ ਜ਼ੁਲਮ ਕਰਨ ਵਾਲੇ ਲੋਕਾਂ ਦੇ ਕਦੇ ਕਿਸੇ ਗੁਰੂ ਪੀਰ ਨੇ ਹਾਮੀ ਨਹੀਂ ਭਰਨੀ, ਉਹਨੂੰ ਕੋਈ ਸਹਾਇਤਾ ਨਹੀਂ ਕਰਨੀ। ਇਸ ਲਈ ਆਪਣੇ ਆਪ ਨੂੰ ਗੁਰਬਾਣੀ 'ਤੇ ਪਰਖੀ ਜਾਈਦਾ, ਪਤਾ ਲੱਗੀ ਜਾਏਗਾ। ਬਹੁਤ ਸਾਰੇ ਐਸੇ ਦੋਸ਼ ਹੁੰਦੇ ਨੇ ਜਿਹੜੇ ਦੂਜਿਆਂ ਨੂੰ ਨਹੀਂ ਪਤਾ ਹੁੰਦੇ, ਪਰ ਆਪਣੇ ਆਪ ਨੂੰ ਤਾਂ ਪਤਾ ਹੁੰਦਾ ਨਾ। ਗੁਰਬਾਣੀ ਪੜ੍ਹੀ ਜਾਓ ਅਤੇ ਜਿਹੜਾ ਆਪਣੇ 'ਚ ਨੁਕਸ ਲੱਭੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਰਹੋ, ਤਾਂ ਜੋ ਹੌਲੀ ਹੌਲੀ ਸਾਡੇ ਨੁਕਸ ਦੂਰ ਹੋ ਜਾਣ ਅਤੇ ਗੁਰੂ ਮਹਾਰਾਜ ਫਿਰ ਸਾਡੀ ਭਗਤੀ ਨੂੰ ਫਲ ਲਾਉਣਗੇ। ਨਹੀਂ ਤਾਂ ਸਾਡੇ ਆਪਣੇ ਨੁਕਸ ਹੀ, ਜਿਹੜੀ ਅਸੀਂ ਖੇਤੀ ਬੀਜ ਰਹੇ ਹਾਂ ਨਾਮ ਦੀ ਬਾਣੀ ਦੀ, ਉਹ ਐਂ ਸਮਝੋ ਵੀ ਖੇਤੀ ਨੂੰ ਲੱਗ ਗਿਆ ਕੀੜਾ, ਅਤੇ ਦੱਸੋ ਖੇਤੀ ਫਿਰ ਕਿਵੇਂ ਵਧੀਆ ਹੋਵੇਗੀ। ਇਹ ਜਿਹੜੀਆਂ ਬੁਰਾਈਆਂ ਨੇ ਇਹ ਕੀੜੇ ਹੁੰਦੀਆਂ ਨੇ। ਨਦੀਨ ਨਾਸ਼ਕ ਛਿੜਕਦੇ ਨੇ ਕਿ ਨਹੀਂ? ਜੇ ਕੀੜਾ ਲੱਗ ਜਾਏ ਫਸਲ ਨੂੰ, ਦਵਾਈ ਛਿੜਕਦੇ ਨਾ, ਪਤਾ ਉਹਨਾਂ ਨੂੰ ਵੀ ਨਹੀਂ ਤਾਂ ਕੀੜਾ ਫਸਲ ਖਾ ਜਾਏਗਾ। ਜਿਹੜਾ ਅੰਦਰ ਨਦੀਨ ਹੋ ਗਿਆ, ਗੰਦ ਮੰਦ ਹੋ ਗਿਆ ਫਸਲ 'ਚ, ਇਹਨੇ ਫਸਲ ਨੂੰ ਵਧੀਆ ਨਹੀਂ ਹੋਣ ਦੇਣਾ। ਕਿਸਾਨ ਨਦੀਨ ਨੂੰ ਵੀ ਨਦੀਨ ਨਾਸ਼ਕ ਛਿੜਕ ਕੇ ਖ਼ਤਮ ਕਰਦਾ ਹੈ। ਜੇ ਕੀੜਾ ਲੱਗ ਜਾਏ ਤਾਂ ਉਸ ਨੂੰ ਵੀ ਦਵਾਈ ਛਿੜਕ ਕੇ ਖ਼ਤਮ ਕਰਦਾ ਹੈ, ਤਾਂ ਜੋ ਉਹਦੀ ਫਸਲ ਵਧੀਆ ਹੋਵੇ। ਅਸੀਂ ਵੀ ਨਾਮ ਬਾਣੀ ਦੀ ਫਸਲ ਬੀਜ ਰਹੇ ਹਾਂ, ਇਹ ਤਾਂ ਹੀ ਫਲ ਦੇਵੇਗੀ ਜੇ ਅਸੀਂ ਆਪਣੇ ਜਿਹੜੇ ਨੁਕਸ ਨੇ ਨਾ, ਉਹ ਨੇ ਕੀੜੇ, ਉਹ ਨੁਕਸਾਂ ਨੂੰ ਕਰ ਦਈਏ ਦੂਰ, ਆਪਣੀਆਂ ਬੁਰਾਈਆਂ ਨੂੰ ਕਰ ਦਈਏ ਖ਼ਤਮ। ਉਸ ਤੋਂ ਬਾਅਦ ਫਿਰ ਸਾਡੀ ਫਸਲ 'ਚ ਨਾ ਕੋਈ ਨਦੀਨ, ਨਾ ਕੋਈ ਕੀੜਾ, ਖੂਬ ਫਲ ਲੱਗੇਗਾ ਫਸਲ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸੰਤ ਕਾ ਨਿੰਦਕ ਰਾਜ ਤੇ ਹੀਨ। ਸੰਤ ਦੀ ਨਿੰਦਿਆ ਕਰਨ ਵਾਲਾ ਰਾਜ ਤੋਂ ਹੀ ਲੈ ਜਾਂਦਾ ਹੇਠਾਂ, ਰਾਜ ਗੱਦੀ ਤੋਂ ਲੈ ਜਾਂਦਾ, ਹਾਰ ਜਾਂਦਾ। ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਸੰਤ ਦਾ ਨਿੰਦਾ ਹਮੇਸ਼ਾ ਦੁਖੀ ਰਹਿੰਦਾ ਅਤੇ ਕੰਗਾਲ ਰਹਿੰਦਾ, ਦੀਨ। ਅਤੀ ਗਰੀਬ ਨੂੰ ਦੀਨ ਕਹਿੰਦੇ। ਸੋ ਸੰਤ ਦਾ ਨਿੰਦਕ ਜਿਹੜਾ ਦੁਖੀ ਰਹਿੰਦਾ ਹੈ ਅਤੇ ਗਰੀਬ ਰਹਿੰਦਾ। ਸੰਤ ਕੇ ਨਿੰਦਕ ਕੋ ਸਰਬ ਰੋਗ। ਸੰਤ ਦੀ ਨਿੰਦਿਆ ਕਰਨ ਸਾਰੇ ਰੋਗ ਲੱਗ ਜਾਏ, ਕਦੇ ਕੋਈ ਬਿਮਾਰੀ, ਕਦੇ ਕੋਈ ਬਿਮਾਰੀ। ਬਿਮਾਰੀ ਤਾਂ ਇੱਕ ਹੀ ਬਹੁਤ ਹੁੰਦੀ, ਬਸ ਕਰਾਉਂਦੀ ਬੰਦੇ ਦੀ। ਆਹ ਕਰੋਨਾ ਹਾਲਾਂਕਿ ਥੋੜ੍ਹੇ ਜਿਹੇ ਹੈ, ਪਰ ਬਾਕੀ ਸਾਰੇ ਸੰਸਾਰ ਦੀ ਬਸ ਕਰਾਤੀ ਹੈ ਨਾ। ਕਦੇ ਵੀ ਸੰਸਾਰ ਨੇ 2 ਮਹੀਨੇ ਅੰਦਰ ਨਹੀਂ ਸੀ ਰਹਿਣਾ, ਇੰਨੀਆਂ ਬਿਮਾਰੀਆਂ ਆਈਆਂ ਗਈਆਂ। ਐਸੀ ਇਹ ਬਿਮਾਰੀ ਹੈ, ਇਹਦਾ ਨਾਂ ਹੀ ਐਸਾ ਹੈ। 2 ਮਹੀਨੇ ਸਾਰਿਆਂ ਅੰਦਰ ਵਾੜ ਕੇ ਰੱਖਿਆ। ਇਹ ਤਾਂ ਇੱਕ ਹੈ, ਅਜੇ ਲੱਗੀ ਵੀ ਨਹੀਂ। ਚਲੋ ਜਿਨ੍ਹਾਂ ਨੂੰ ਲੱਗ ਗਈ ਲੱਗੇ, ਜਿਨ੍ਹਾਂ ਨੂੰ ਨਹੀਂ ਲੱਗੀ ਉਹ ਵੀ ਇੰਨਾ ਡਰੇ ਹੋਏ ਹਨ। ਇਸ ਲਈ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਉਹਨਾਂ ਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਨੇ। ਸੰਤ ਕੇ ਨਿੰਦਕ ਸਦਾ ਵਿਯੋਗ। ਵਿਯੋਗ ਹੁੰਦਾ ਵਿਛੋੜਾ। ਸੰਤਾਂ ਦਾ ਜਿਹੜਾ ਨਿੰਦਕ ਹੈ ਨਾ, ਸਦਾ ਹੀ ਪਰਮਾਤਮਾ ਤੋਂ ਵਿਛੜਿਆ ਰਹਿੰਦਾ। ਜਿੰਨਾ ਚਿਰ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਜੰਮਦੇ ਰਹਾਂਗੇ, ਮਰਦੇ ਰਹਾਂਗੇ, ਜੰਮਦੇ ਰਹਾਂਗੇ, ਮਰਦੇ ਰਹਾਂਗੇ, ਅੱਡ-ਅੱਡ ਜੂਨੀਆਂ 'ਚ ਪੈਦਾ ਹੁੰਦੇ ਰਹਾਂਗੇ। ਛੁਟਕਾਰਾ ਨਹੀਂ ਹੋਣਾ, ਵਿਛੋੜਾ ਰਹਿਣਾ। ਯਾਦ ਰੱਖੋ, ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ, ਮਿਲਾਪ ਦੇ ਵਿੱਚ ਸੁੱਖ ਹੁੰਦਾ। 2 ਦੋਸਤ ਵਿਛੜ ਜਾਣ, 2 ਮਿੱਤਰ ਰਿਸ਼ਤੇਦਾਰ ਵਿਛੜ ਜਾਣ, ਪਿਤਾ ਪੁੱਤਰ ਵਿਛੜ ਜਾਣ, ਕਿੰਨਾ ਦੁੱਖ ਹੁੰਦਾ, ਕਿੰਨਾ ਦੁੱਖ ਹੁੰਦਾ। ਇਸ ਲਈ ਜਿਹੜਾ ਸੰਤ ਦਾ ਨਿੰਦਕ ਹੈ ਨਾ, ਸੰਤਾਂ ਦੇ ਜਿਹੜੇ ਨਿੰਦਕ ਨੇ, ਇਹ ਸਦਾ ਹੀ ਵਿਛੋੜੇ 'ਚ ਰਹਿੰਦੇ ਨੇ। ਇਹਨਾਂ ਦਾ ਪਰਮਾਤਮਾ ਨਾਲ ਕਦੇ ਮਿਲਾਪ ਹੀ ਨਹੀਂ ਹੁੰਦਾ। ਸੰਤ ਕੀ ਨਿੰਦਾ ਦੋਖ ਮੈਂ ਦੋਖ। ਬੰਦਾ ਬੜੇ ਹੀ ਦੋਸ਼ ਕਰਦਾ ਹੈ, ਦੋਸ਼ ਹੁੰਦੇ ਨੇ, ਪਰ ਸਭ ਤੋਂ ਵੱਡਾ ਦੋਸ਼ ਹੈ ਸੰਤ ਦੀ ਨਿੰਦਿਆ ਕਰਨਾ। ਬੜੀਆਂ ਬੁਰਾਈਆਂ ਨੇ, ਬੜੇ ਮਨੁੱਖੀ ਦੋਸ਼ ਹੁੰਦੇ ਨੇ, ਸਭ ਤੋਂ ਵੱਡਾ ਦੋਸ਼ ਹੈ ਸੰਤ ਦੀ ਨਿੰਦਿਆ ਕਰਨਾ। ਇਸੇ ਸੰਤ ਕੀ ਨਿੰਦਾ ਦੋਖ ਮੈਂ ਦੋਖ।
ਦੋਸ਼ਾਂ ਵਿੱਚੋਂ ਸਭ ਤੋਂ ਵੱਡਾ ਦੋਸ਼ ਹੈ। ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ, ਮੋਖ ਹੁੰਦੀ ਮੁਕਤੀ। ਜਿਸ ਸੰਤ ਦੀ ਉਹ ਨਿੰਦਿਆ ਕਰ ਰਿਹਾ, ਜੇ ਉਹ ਸੰਤ ਉਹਨੂੰ ਚੰਗਾ ਸਮਝੇ, ਉਹਨੂੰ ਸੁਧਾਰਨਾ ਚਾਹੇ, ਸੰਤ ਨੂੰ ਜੇ ਭਾ ਜਾਏ ਤਾਂ ਉਸ ਨਿੰਦਕ ਦਾ ਵੀ ਸੰਤ ਫਿਰ ਮੁਕਤੀ ਕਰਾ ਦਿੰਦੇ ਨੇ। ਉਹ ਸੰਤ ਨੂੰ ਪਰਮਾਤਮਾ ਸੋਝੀ ਦੇ ਦਿੰਦਾ, ਉਹ ਨਿੰਦਕ ਨੂੰ ਪਰਮਾਤਮਾ ਸੋਝੀ ਦਿੰਦਾ ਹੈ। ਉਹ ਫਿਰ ਨਿੰਦਿਆ ਛੱਡ ਕੇ ਸੰਤਾਂ ਦੀ ਸ਼ਰਨ 'ਚ ਆ ਜਾਂਦਾ ਹੈ। ਫਿਰ ਸੰਤਾਂ ਸ਼ਰਨ 'ਚ ਰਹਿ ਕੇ ਫਿਰ ਭਜਨ ਬੰਦਗੀ ਕਰਦਾ ਅਤੇ ਅਖੀਰ ਨੂੰ ਮੁਕਤ ਹੋ ਜਾਂਦਾ। ਉਹ ਤਾਂ ਹੋ ਸਕਦਾ ਜੇ ਸੰਤ ਚਾਹੇ, ਜੇ ਸੰਤ ਨਾ ਚਾਹੇ ਫਿਰ ਉਹਦੀ ਮੁਕਤੀ ਕਦੇ ਹੁੰਦੀ ਹੋਈ ਨਹੀਂ। ਅੱਗੇ ਕਹਿੰਦੇ ਸੰਤ ਕਾ ਦੋਖੀ ਸਦਾ ਅਪਵਿੱਤ, ਪੂਰਾ ਸ਼ਬਦ ਹੈ ਅਪਵਿੱਤਰ। ਅਪਵਿੱਤਰ ਤੋਂ ਛੋਟਾ ਬਣਾ ਲਿਆ ਅਪਵਿੱਤ। ਜਿਵੇਂ ਪਵਿੱਤਰ ਸ਼ਬਦ ਤੋਂ ਬਣਾਇਆ ਪਵਿੱਤ, ਇਸ ਲਈ ਅਪਵਿੱਤਰ ਤੋਂ ਬਣਦਾ ਅਪਵਿੱਤ, ਭਾਵ ਅਪਵਿੱਤਰ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਉਹ ਸਦਾ ਹੀ ਅਪਵਿੱਤਰ ਹੁੰਦਾ, ਉਹ ਕਦੇ ਪਵਿੱਤਰ ਹੋ ਹੀ ਨਹੀਂ ਸਕਦਾ। ਉਹਦੇ ਮਨ ਨੂੰ ਮੈਲ ਲੱਗੀ ਰਹਿੰਦੀ, ਨਿੰਦਿਆ ਦੀ ਮੈਲ ਲੱਗੀ ਰਹਿੰਦੀ ਹੈ। ਇਹ ਮੈਂ ਸੋ ਕਈ ਵਾਰੀ ਸੋਚਦਾ ਵੀ ਪੋਲੀਟੀਕਲ ਬੰਦਿਆਂ ਨੂੰ ਨਾ ਇਹ ਨਿੰਦਿਆ ਦੀ ਮੈਲ ਨਹੀਂ ਲੱਗਦੀ। ਤੁਸੀਂ ਕਹੋ ਕਿਉਂ? ਹਾਲਾਂਕਿ ਪੋਲੀਟੀਕਲ ਬੰਦੇ ਹਮੇਸ਼ਾ ਹੀ ਸਟੇਜ 'ਤੇ ਦੂਜੀ ਪਾਰਟੀ ਦੀ ਨਿੰਦਿਆ ਕਰਦੇ ਨੇ। ਇੱਕ ਪਾਰਟੀ ਕਦੇ ਵੀ ਦੂਜੀ ਪਾਰਟੀ ਦੀ ਵਡਿਆਈ ਨਹੀਂ ਨਿੰਦਿਆ ਕਰਦੀ। ਹੁਣ ਜੇ ਸਿਰਫ ਇੱਕ ਪਾਰਟੀ ਨਿੰਦਿਆ ਕਰੇ ਤਾਂ ਹੋ ਸਕਦਾ ਉਸ 'ਤੇ ਭਾਰ ਚੜ੍ਹ ਜੇ। ਜਿੰਨੀ ਨਿੰਦਿਆ ਕਰਕੇ ਉਹਨੇ ਆਪਣੇ ਮਨ ਨੂੰ ਮੈਲ ਲਾਈ ਸੀ, ਦੂਜੇ ਨੇ ਉਹਦੀ ਨਿੰਦਿਆ ਕਰਕੇ ਉਹਦੀ ਮੈਲ ਧੋਤੀ, ਬਰਾਬਰ ਹੋ ਗਏ। ਇਸ ਲਈ ਮੈਂ ਦੇਖਿਆ ਇਹਨਾਂ ਦੇ ਨਹੀਂ ਹੁੰਦਾ, ਇਹ ਹਿਸਾਬ ਹੁੰਦਾ ਰਹਿੰਦਾ, ਇਹ ਹਿਸਾਬ ਹੁੰਦਾ ਰਹਿੰਦਾ। ਹੁਣ ਜੇ ਸੰਤ ਵੀ ਅੱਗੋਂ ਨਿੰਦਕ ਦੀ ਨਿੰਦਿਆ ਕਰੇ ਤਾਂ ਫਿਰ ਸੰਤ 'ਤੇ ਵੀ ਮੈਲ ਚੜ੍ਹਦੀ ਰਹੇਗੀ। ਸੰਤ ਕਿਉਂਕਿ ਜਵਾਬ ਨਹੀਂ ਦਿੰਦਾ ਨਿੰਦਿਆ ਦਾ, ਸੰਤ ਚੁੱਪ ਰਹਿੰਦਾ ਹੈ। ਇਸ ਲਈ ਨਿੰਦਕ ਨੂੰ ਮੈਲ ਲੱਗਦੀ ਰਹਿੰਦੀ ਹੈ, ਲੱਗਦੀ ਰਹਿੰਦੀ ਹੈ। ਮੰਨ ਲਓ ਦੋ ਸੰਤ ਕਿਸੇ ਕਾਰਨ ਆਪਸ 'ਚ ਲੱਗਣ ਲੱਗ ਜੇ, ਇੱਕ ਸੰਤ ਦੂਜੇ ਸੰਤ ਦੀ ਨਿੰਦਿਆ ਕਰ ਰਿਹਾ, ਉਹ ਮੰਨ ਲਓ ਪਹਿਲੇ ਦੀ ਨਿੰਦਿਆ ਕਰ ਰਿਹਾ, ਤਾਂ ਦੋਨਾਂ ਜਿਹੜਾ ਹੈ ਉਹਨੇ ਉਹਦੀ ਮੈਲ ਖਾ ਲਈ, ਉਹਨੇ ਉਹਦੀ ਮੈਲ ਖਾ ਲਈ। ਇਹ ਪੋਲੀਟੀਕਲ ਬੰਦੇ ਠੀਕ ਨੇ, ਸਟੇਜ 'ਤੇ ਬੋਲੀ ਜਾਂਦੇ ਨੇ। ਉਹਨੇ ਉਹਦੀ ਨਿੰਦਿਆ ਕੀਤੀ, ਆਪਣੇ ਭਾਰ ਚੜ੍ਹਾ ਲਿਆ, ਦੂਜੇ ਨੇ ਉਹਦੀ ਕੀਤੀ, ਭਾਰ ਲੈ ਗਿਆ, ਉਹ ਬਰਾਬਰ ਜਿਹੇ ਹੋ ਜਾਂਦੇ ਨੇ, ਉਹ ਬਰਾਬਰ ਹੋ ਜਾਂਦੇ ਨੇ। ਪਰ ਜੇ ਸੰਤ ਅੱਗੋਂ ਨਾ ਕੁਛ ਕਹੇ ਨਿੰਦਕ ਨੂੰ, ਤਾਂ ਨਿੰਦਕ 'ਤੇ ਤਾਂ ਫਿਰ ਇੰਨਾ ਭਾਰ ਚੜ੍ਹ ਜਾਂਦਾ, ਪਤਾ ਨਹੀਂ ਕਈ ਜਨਮਾਂ ਤੱਕ ਉਹ ਨਿੰਦਿਆ ਦਾ ਭਾਰ ਉਤਰਨਾ ਹੀ ਨਹੀਂ ਹੁੰਦਾ। ਇਸ ਲਈ ਸੰਤਾਂ ਦਾ ਜਿਹੜਾ ਦੁਖੀ ਹੁੰਦਾ ਸਦਾ ਹੀ ਅਪਵਿੱਤਰ ਹੁੰਦਾ। ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਜਿਹੜਾ ਸੰਤਾਂ ਦੀ ਨਿੰਦਿਆ ਕਰ ਸਕਦਾ ਉਹ ਕਿਸੇ ਦਾ ਮਿੱਤਰ ਨਹੀਂ ਹੁੰਦਾ। ਉਹਨੂੰ ਕਦੇ ਆਪਣਾ ਮਿੱਤਰ ਨਹੀਂ ਬਣਾ ਬਹਿਣਾ, ਕਿਉਂਕਿ ਉਹਦੀ ਆਦਤ ਨਿੰਦਿਆ ਕਰਨ ਦੀ ਹੈ। ਜਿੱਦੇ ਤੁਹਾਡੇ ਨਾਲ ਥੋੜ੍ਹਾ ਜਿਹਾ ਨਾਰਾਜ਼ ਹੋ ਗਿਆ, ਫਿਰ ਤੁਹਾਡੀ ਨਿੰਦਿਆ ਕਰਨੀ ਸ਼ੁਰੂ ਕਰ ਦੇਗਾ। ਫਿਰ ਕਿਉਂਕਿ ਉਹਦੀ ਆਦਤ ਹੈ ਨਿੰਦਿਆ ਕਰਨ ਦੀ। ਕਈ ਬੰਦਿਆਂ ਦੀ ਆਦਤ ਹੁੰਦੀ, ਉਹ ਨਿੰਦਿਆ ਤੋਂ ਬਿਨਾਂ ਰਹਿ ਨਹੀਂ ਸਕਦੇ ਹੁੰਦੇ। ਇਸ ਲਈ ਜੇ ਤੁਹਾਡੀ ਉਹਦੇ ਨਾਲ ਕਿਤੇ ਦੋਸਤੀ ਹੋ ਗਈ, ਫਿਰ ਤੁਸੀਂ ਵੀ ਹੌਲੀ ਨਿੰਦਕ ਹੋ ਜਾਓਗੇ। ਪਹਿਲਾਂ ਤਾਂ ਕਿਤੇ ਮਿੱਤਰ ਹੀ ਨਹੀਂ ਹੁੰਦਾ। ਜਿਹੜਾ ਸੰਤਾਂ ਦਾ ਨਿੰਦਕ ਹੈ ਕਿਸੇ ਦਾ ਮਿੱਤਰ ਨਹੀਂ ਹੁੰਦਾ। ਸੰਤ ਕੇ ਦੋਖੀ ਕੋ ਡਾਣ ਲੱਗੇ। ਡਾਣ ਹੁੰਦਾ ਡਨ ਹੁੰਦੀ ਸਜ਼ਾ। ਜਿਹੜਾ ਸੰਤਾਂ ਦਾ ਨਿੰਦਕ ਹੈ ਨਾ, ਪਰਮਾਤਮਾ ਨੂੰ ਫਿਰ ਸਜ਼ਾ ਦਿੰਦਾ। ਧਰਮਰਾਜ ਦੇ ਦਰ 'ਤੇ ਜਦੋਂ ਪਹੁੰਚਦਾ ਹੈ, ਫਿਰ ਉਹਨੂੰ ਸਜ਼ਾਵਾਂ ਮਿਲਦੀਆਂ ਨੇ ਕਿ ਤੂੰ ਆਪ ਤਾਂ ਨਾਮ ਜਪਿਆ ਨਹੀਂ, ਸਾਰੀ ਉਮਰ ਨਾਮ ਜਪਣ ਵਾਲੇ ਦੀ ਤੂੰ ਨਿੰਦਿਆ ਕਰਦਾ ਰਿਹਾ। ਭਲੇ ਪੁਰਸ਼ ਦੀ ਕਦੇ ਨਿੰਦਿਆ ਨਹੀਂ ਕਰੀਦੀ ਹੁੰਦੀ। ਭਲੇ ਚੁੱਪ ਰਹੋ। ਜੇ ਤੁਸੀਂ ਕਿਸੇ ਦੀ ਵਡਿਆਈ ਨਹੀਂ ਕਰ ਸਕਦੇ, ਚੁੱਪ ਰਹੋ, ਨਿੰਦਿਆ ਵੀ ਨਾ ਕਰੋ। ਜਿਵੇਂ ਦੇਖੋ, ਹਰ ਇੱਕ ਨੂੰ ਆਪਣਾ ਗੁਰੂ ਪਿਆਰਾ ਹੁੰਦਾ। ਕਰਦਾ ਮੈਂ ਕਿਸੇ ਗੁਰੂ ਦੀ ਸਟੇਜ 'ਤੇ ਨਿੰਦਿਆ ਕਰਦਾ, ਕੱਲ੍ਹ ਨੂੰ ਫਿਰ ਉਹ ਮੇਰੇ ਗੁਰੂ ਦੀ ਨਿੰਦਿਆ ਕਰਨਗੇ, ਫਿਰ ਝਗੜਾ ਹੀ ਹੋਏਗਾ ਨਾ, ਫਿਰ ਝਗੜੇ ਹੋਣਗੇ ਨਾ। ਹਰ ਇੱਕ ਨੂੰ ਆਪਣਾ ਗੁਰੂ ਪਿਆਰਾ ਹੁੰਦਾ।
ਸਾਡੀਆਂ ਨਜ਼ਰਾਂ 'ਚ ਭਾਵੇਂ ਉਹਦੇ ਗੁਰੂ 'ਚ 100 ਨੁਕਸ ਹੋਵੇ, ਪਰ ਚੇਲੇ ਨੂੰ ਹੁੰਦਾ ਇਹ ਤਾਂ ਮੇਰਾ ਗੁਰੂ ਹੈ, ਇਹ ਮੇਰੇ ਗੁਰੂ ਦੀ ਨਿੰਦਿਆ ਕਰਦਾ ਹੈ, ਉਹ ਚੰਗਾ ਨਹੀਂ ਸਮਝਦਾ। ਇਸ ਲਈ ਕਦੇ ਵੀ ਕਿਸੇ ਦੇ ਗੁਰੂ ਦੀ ਨਿੰਦਿਆ ਨਹੀਂ ਕਰੀਦੀ ਹੁੰਦੀ, ਕਿਉਂਕਿ ਉਹਦੇ ਫਿਰ ਜਿਹੜੇ ਫੋਲੋਅਰਸ ਨੇ, ਚੇਲੇ ਨੇ, ਉਹ ਫਿਰ ਸਾਰੇ ਦੇ ਸਾਰੇ ਨਾਰਾਜ਼ ਹੋ ਜਾਂਦੇ ਹਨ। ਭਾਵੇਂ ਆਪਾਂ ਨੂੰ ਉਹਦਾ ਨੁਕਸ ਦਿਸ ਰਿਹਾ ਹੈ, ਉਹਦਾ ਨੁਕਸ ਠੀਕ ਵੀ ਹੈ, ਪਰ ਫਿਰ ਵੀ ਅਵੋਇਡ ਕਰਨਾ ਚਾਹੀਦਾ ਨਿੰਦਿਆ ਕਰਨ ਤੋਂ, ਕਿਉਂਕਿ ਨਿੰਦਿਆ ਕਰਨਾ ਦੂਜੇ ਦਾ ਦਿਲ ਦੁਖਦਾ ਹੈ। ਬਾਕੀ ਜੋ ਕਰ ਰਿਹਾ ਉਹ ਭਰੇਗਾ, ਉਹਨੇ ਭਰਨਾ ਤਾਂ ਹੈ ਹੀ ਹੈ। ਕੋਈ ਕਿਸੇ ਕਰਮ ਤੋਂ ਬਚ ਨਹੀਂ ਸਕਦਾ। ਮੰਨ ਲਓ ਕਿ ਮੈਂ ਮਾੜਾ ਕੰਮ ਕਰ ਰਿਹਾ, ਤੁਸੀਂ ਭਾਵੇਂ ਮੇਰੀ ਨਿੰਦਿਆ ਨਾ ਵੀ ਕਰੋ, ਪਰ ਮੇਰੇ ਕਰਮ ਦਾ ਤਾਂ ਹਿਸਾਬ ਹੋਣਾ ਨਾ। ਮੈਂ ਆਪਣੇ ਕਰਮ ਤੋਂ ਬਚ ਤਾਂ ਨਹੀਂ ਨਾ ਸਕਦਾ, ਸਿਰਫ ਇੰਨੇ ਕੋਈ ਸਮਾਂ ਉਡੀਕ ਕਰਨੀ ਪੈਂਦੀ ਹੈ। ਜੋ ਵੀ ਮਨੁੱਖ ਚੰਗਾ ਜਾਂ ਮੰਦਾ ਕਰਮ ਕਰ ਰਿਹਾ, ਹਰ ਇੱਕ ਦਾ ਹਿਸਾਬ ਹੋਣਾ ਹੈ। ਹਰ ਇੱਕ ਨੂੰ ਉਸ ਕਰਮ ਦੇ ਅਨੁਸਾਰ ਸਜ਼ਾ ਜਾਂ ਇਨਾਮ ਮਿਲਣਾ ਹੁੰਦਾ ਹੈ, ਕਿਉਂਕਿ ਕਰਮ ਉਨਾ ਚਿਰ ਨਹੀਂ ਮੁੱਕਦਾ ਜਿੰਨਾ ਚਿਰ ਉਹਦਾ ਭੁਗਤਾਨ ਨਾ ਹੋ ਜਾਏ। ਜਿੰਨਾ ਚਿਰ ਅਸੀਂ ਕਰਮ ਭੋਗ ਨਾ ਲਈਏ ਨਾ, ਸਾਡਾ ਖਹਿੜਾ ਨਹੀਂ ਛੁੱਟਦਾ। ਹਾਂ, ਜਾਂ ਫਿਰ ਸੋਝੀ ਆ ਜਾਏ, ਆਪਾਂ ਉਹ ਮਾੜਾ ਕਰਮ ਦਈਏ ਛੱਡ, ਅੱਗੇ ਤੋਂ ਗੁਰੂ ਮਹਾਰਾਜ ਦੇ ਸਾਹਮਣੇ ਖੁੱਲ੍ਹ ਕੇ ਕੰਨ ਫੜ ਲਈਏ ਹੱਥਾਂ ਨਾਲ, ਅਤੇ ਕਿ ਸੱਚੇ ਪਾਤਸ਼ਾਹ ਜਾਣੇ ਅਣਜਾਣੇ 'ਚ ਹੁਣ ਤੱਕ ਜੋ ਹੋ ਗਿਆ ਹੈ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅੱਗੇ ਤੋਂ ਮੈਂ ਇਹ ਨਹੀਂ ਕਰਦਾ, ਅਤੇ ਮੈਨੂੰ ਮੁਆਫ ਕਰ ਦਿਓ। ਅਤੇ ਫਿਰ ਡਟ ਕੇ ਭਜਨ ਬੰਦਗੀ ਕਰੋ, ਅਤੇ ਫਿਰ ਗੁਰੂ ਮਹਾਰਾਜ ਅਤੇ ਪਰਮਾਤਮਾ ਸਮਰੱਥ ਨੇ ਜਦੋਂ ਦੇਖਣਗੇ ਕਿ ਸੁਧਰ ਗਿਆ ਹੈ, ਇਹ ਆਪਣੀ ਗਲਤੀ ਨੂੰ ਮੰਨ ਰਿਹਾ ਹੈ, ਇਹ ਆਪਣੀ ਗਲਤੀ ਨੂੰ ਮਹਿਸੂਸ ਕਰਦਾ ਹੈ, ਅਤੇ ਉਸ ਪਾਪ ਨੂੰ ਹੁਣ ਨਾਮ ਜਪ ਜਪ ਕੇ ਧੋ ਰਿਹਾ ਹੈ। ਪਰਮਾਤਮਾ ਦੇ ਨਾਮ 'ਚ ਇੰਨੀ ਸ਼ਕਤੀ ਹੈ, ਇੱਕ ਦਾ ਪਾਪ ਨਹੀਂ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਇਸ ਲਈ ਜੋ ਹੋ ਜਾਏ, ਜਾਣੇ ਅਣਜਾਣੇ 'ਚ ਹੋ ਗਿਆ ਹੈ, ਜੋ ਹੋ ਗਿਆ ਉਸ 'ਤੇ ਅਫਸੋਸ ਕਰੀ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਉਹ ਤਾਂ ਹੋ ਗਿਆ, ਹੁਣ ਤਾਂ ਉਹਦੀ ਕੋਈ ਹੱਲ ਹੈ ਕਿ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਪਰਮਾਤਮਾ ਤੋਂ ਉਸ ਔਗਣ ਦਾ, ਉਸ ਦੋਸ਼ ਦਾ ਆਪਣਾ ਬਖਸ਼ਾ ਲਓ ਭਾਈ ਉਸ ਨੂੰ। ਨਹੀਂ ਤਾਂ ਗੁਰੂ ਮਹਾਰਾਜ ਕਹਿੰਦੇ ਸੰਤ ਕੇ ਦੋਖੀ ਕੋ ਡਾਨ ਲਾਗੈ, ਡਾਨ ਮੈਨੇ ਡਨ ਸਜ਼ਾ। ਸੰਤ ਦੇ ਨਿੰਦਕ ਨੂੰ ਫਿਰ ਧਰਮਰਾਜ ਸਜ਼ਾ ਦਿੰਦਾ ਹੈ, ਕਿਉਂਕਿ ਜੋ ਅਸੀਂ ਕਰ ਰਹੇ ਹਾਂ ਇਹ ਨਾਲ ਦੀ ਨਾਲ ਚਿੱਤਰ ਗੁਪਤ ਰਾਹੀਂ, ਚਿੱਤਰ ਉਹ ਲਿਖਦਾ ਜੋ ਅਸੀਂ ਲੋਕਾਂ ਦੇ ਸਾਹਮਣੇ ਕੰਮ ਕਰਦੇ। ਕਈ ਵਾਰੀ ਅਸੀਂ ਲੋਕਾਂ ਦੇ ਸਾਹਮਣੇ ਵੀ ਗਲਤ ਕੰਮ ਕਰੀ ਜਾਂਦੇ ਹਾਂ। ਅਸੀਂ ਕਈ ਵਾਰੀ ਇੰਨੇ ਢੀਠ ਹੋ ਜਾਂਦੇ, ਲੋਕਾਂ ਦੀ ਪਰਵਾਹ ਨਹੀਂ ਕਰਦੇ, ਸਾਹਮਣੇ ਗਲਤ ਕੰਮ ਕਰੀ ਜਾਂਦੇ। ਉਹ ਤਾਂ ਚਿੱਤਰ ਲਿਖ ਰਿਹਾ ਹੈ। ਜਿਹੜੇ ਅਸੀਂ ਲੋਕਾਂ ਤੋਂ ਛੁਪਾ ਕੇ ਮਾੜੇ ਕੰਮ ਕਰਦੇ ਉਹਨੂੰ ਗੁਪਤ ਲਿਖ ਰਿਹਾ ਹੈ। ਚਿੱਤਰ ਗੁਪਤ ਦੋ ਨੇ। ਉਹ ਉਹਨਾਂ ਦਾ ਕੰਮ ਹੀ ਹੈ ਕਿ ਹਰ ਇੱਕ ਬੰਦੇ ਦੇ ਚੰਗੇ ਅਤੇ ਮੰਦੇ ਕੰਮਾਂ ਨੂੰ ਲਿਖੀ ਜਾਣਾ, ਜਿਹੜੇ ਉਹਨੇ ਲੋਕਾਂ ਦੇ ਸਾਹਮਣੇ ਕੀਤੇ, ਜਿਹੜੇ ਲੋਕਾਂ ਤੋਂ ਛੁਪਾ ਕੇ ਕੀਤੇ, ਉਹ ਧਰਮਰਾਜ ਦੇ ਰਜਿਸਟਰ 'ਚ ਫਿਰ ਚੜ੍ਹ ਜਾਂਦੇ ਨੇ। ਜਦੋਂ ਬੰਦਾ ਮਰ ਕੇ ਫਿਰ ਜਾਂਦਾ ਧਰਮਰਾਜ ਦੇ ਕੋਲ, ਫਿਰ ਉਹਦਾ ਰਜਿਸਟਰ ਫਰੋਲ ਦੇਣਾ, ਹਾਂ ਦੇਖੋ ਜਿਹਨੇ ਕੀ ਕੁਛ ਕੀਤਾ, ਉਹਦੇ ਅਨੁਸਾਰ ਫਿਰ ਉਹਨੂੰ ਸਜ਼ਾ ਜਾਂ ਇਨਾਮ ਜੋ ਵੀ ਹੈ ਉਹ ਦਿੱਤਾ ਜਾਂਦਾ ਹੈ। ਪਰ ਜਿਹੜਾ ਸੰਤ ਦਾ ਨਿੰਦਕ ਹੁੰਦਾ ਨਾ, ਉਹਨੂੰ ਬਹੁਤ ਭਾਰੀ ਸਜ਼ਾ ਦਿੰਦੇ ਨੇ। ਉਹ ਸੰਤ ਕੇ ਦੋਖੀ ਕੋ ਸਭ ਤਿਆਗੈ, ਸਾਰੇ ਜਿਹੜੇ ਸੰਤ ਦੇ ਨਿੰਦਕ ਨੂੰ ਛੱਡ ਜਾਂਦੇ ਨੇ, ਕਹਿੰਦੇ ਛੱਡ, ਦਫਾ ਕਰੋ ਯਾਰ ਇਹਨੂੰ, ਇਹ ਤਾਂ ਆਦਤ ਹੈ ਨਿੰਦਿਆ ਕਰੀ ਜਾਣ। ਉਹਦਾ ਸਾਥ ਹੀ ਛੱਡ ਜਾਂਦੇ, ਉਹਦੇ ਨਾਲ ਦੋਸਤੀ ਤੋੜ ਦਿੰਦੇ। ਕਿਉਂ ਕਹਿੰਦਾ ਅੱਜ ਇਹ ਕਿਸੇ ਦੀ ਨਿੰਦਿਆ ਕਰਦਾ, ਕੱਲ੍ਹ ਮੇਰੀ ਕਰੂਗਾ। ਕੋਈ ਜੋ ਨਿੰਦਿਆ ਦੀ ਆਦਤ ਪੈ ਜਾਏ ਨਾ, ਉਹ ਫਿਰ ਕਿਸੇ ਨੂੰ ਨਹੀਂ ਛੱਡਦਾ, ਉਹਨੇ ਕਿਸੇ ਨੂੰ ਨਹੀਂ ਬਖਸ਼ਣਾ। ਇਸ ਲਈ ਫਿਰ ਲੋਕ ਉਹਦਾ ਸਾਥ ਛੱਡ ਜਾਂਦੇ ਨੇ ਵੀ ਅੱਜ ਕਿਸੇ ਦੇ ਸੰਤਾਂ ਦੀ ਨਿੰਦਿਆ ਕਰੇ, ਕੱਲ੍ਹ ਮੇਰੀ ਕਰੇਗਾ। ਕਿਸੇ ਸੰਤ ਕੇ ਦੋਖੀ ਕੋ ਸਭ ਤਿਆਗੇ, ਸਭ ਮੈਨੇ ਹਰ ਇੱਕ, ਸੱਸਾ ਭੱਬਾ ਇੱਕ ਵਚਨ ਹੈ ਸਭ। ਜੇ ਸੱਸਾ ਭੱਬੇ ਨੂੰ ਸਿਹਾਰੀ ਹੁੰਦੀ ਫਿਰ ਸਭ ਬਹੁਵਚਨ ਹੁੰਦੀ ਸੀ।
फिर त्यागे की थां सी त्यागें, फिर ना संत के दोखी को सब त्यागें। हुण सब सस्सा भब्बा एक वचन है, इसलिए त्यागै एक वचन। जे सस्सा भब्बे नूं सिहारी हुंदी सब, फिर स्पैलिंग अगे होना सी तत्ते नूं सिहारी, आड़े नूं कन्ना, गग्गा हाहे नूं सिहारी, फिर आ स्पैलिंग होना त्यागें, त्याग दिंदे हन। इत्थे त्यागै त्याग दिंदा हर कोई, फिर निंदक नूं त्याग दिंदा। संत का दोखी महा अहंकारी, इनू अहंकारी नहीं पढ़ना, वो तो फिर हंकारी का विरोधी शब्द हो जाएगा। आड़ा जे अड़ करके पढ़ांगे ना, वो फिर हंकारी का विरोधी शब्द हो जाएगा, फिर तो निम्रता वाला हो गया। निम्रता वाला हो, ये इको शब्द है और ये संस्कृत का शब्द है। पंजाबी का शब्द है हंकारी, कला आड़ा नहीं लगता। हालांकि फलाना बंदा बड़ा हंकारी है जी, हिंदी वाले कहते वह बहुत अभिमानी है जी। जदों अगे आड़ा लग गया, ये संस्कृत का शब्द बन गया, तो हुण इहदा उच्चारण हो गया आड़े नूं दिलावां। जिहड़ी हाहे ते टिप्पी लगी वो दिलावां ना बनी जी बिंदी। आड़े नूं दिलावां बिंदी हाहा एह, काके नूं कन्ना रार बेकारी अहंकारी। बोलो अहंकारी, 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 भाव हंकारी तो है। संत का दोखी महा अहंकारी, जिहड़ा संतां दा निंदक हुंदा बड़ा हंकारी हुंदा, बड़ा हंकार हुंदा उहदे च। कोई समझदा मैं बड़ा वधी हाँ, ये तो घटिया ने। दूजे नूं घटिया कहण लई अपने आप नूं वधिया समझना पैंदा, भावें होवे ना वधिया, पर बंदा अपने आप नूं वधिया जदों समझदा उदों ही दूजे नूं घटिया समझदा। जदों असीं अपने आप नूं वधिया समझदे तां ही असीं दूजिਆਂ 'ਚ ਨੁਕਸ ਕੱਢਦੇ ਹਾਂ, ਤਾਂ ਹੀ ਦੂਜਿਆਂ ਨੂੰ ਘਟੀਆ ਕਹਿੰਦੇ ਹਾਂ। ਤੇ ਜਦੋਂ ਆਪਣੇ ਆਪ ਨੂੰ ਵਧੀਆ ਸਮਝਣ ਮੈਂ ਵਧੀਆ ਹਾਂ, ਤਾਂ ਫਿਰ ਹਉਮੈ ਆਉਂਦੀ ਅੰਦਰ। ਇਸ ਲਈ ਸੰਤਾਂ ਜਿਹੜਾ ਨਿੰਦਕ ਹੁੰਦਾ ਥੋੜ੍ਹਾ ਹੰਕਾਰੀ ਨਹੀਂ, ਮਹਾ ਅਹੰਕਾਰੀ, ਬਹੁਤ ਵੱਡਾ ਹੰਕਾਰੀ ਹੁੰਦਾ। ਸੰਤ ਕਾ ਦੁਖੀ ਸਦਾ ਬਿਕਾਰੀ, ਬਿਕਾਰ ਹੁੰਦਾ ਬੁਰਾਈਆਂ ਵਾਲਾ, ਬਿਕਾਰੀ ਜਿਹਦੇ ਅੰਦਰ ਬੁਰਾਈਆਂ ਹੋਣ, ਬੁਰਾ ਬੰਦਾ। ਸੰਤਾਂ ਦੀ ਨਿੰਦਿਆ ਕਰਨ ਵਾਲਾ ਸਦਾ ਹੀ ਭੈੜਾ ਬੰਦਾ ਹੁੰਦਾ, ਬਿਕਾਰੀ ਹੁੰਦਾ, ਉਹ ਭੈੜਾ ਹੁੰਦਾ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਦੀ ਨਿੰਦਿਆ ਕਰਨ ਵਾਲਾ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਭਾਵ ਉਹਦਾ ਜੰਮਣ ਮਰਨ ਦਾ ਚੱਕਰ ਖਤਮ ਹੀ ਨਹੀਂ ਹੁੰਦਾ। ਜਦੋਂ ਜਨਮ ਲਵਾਂਗੇ ਤੇ ਮਰਨ ਤੱਕ ਜ਼ਿੰਦਗੀ ਬਹੁਤ ਦੁੱਖ ਆਉਂਦੇ ਨੇ, ਬਹੁਤ ਦੁੱਖ ਹੁੰਦੇ, ਫਿਰ ਦੁੱਖ ਭੋਗਦਾ ਰਹਿੰਦਾ ਬੰਦਾ। ਇਹ ਤਾਂ ਜਦੋਂ ਆਪਾਂ ਸੰਤਾਂ ਦੀ ਸੰਗਤ ਕਰਾਂਗੇ, ਸੰਤਾਂ ਦੀ ਵਡਿਆਈ ਕਰਾਂਗੇ, ਨਾਮ ਜਪਾਂਗੇ, ਫਿਰ ਜਾ ਕੇ ਕਿਤੇ ਜੰਮਣ ਮਰਨ ਤੋਂ ਰਹਿਤ ਹੁੰਦਾ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੂਖਣਾ ਸੁਖ ਤੇ ਟਰੈ। ਦੂਖਣਾ ਮੈਨੇ ਦੂਸ਼ਣ, ਜਦੋਂ ਸੰਤਾਂ 'ਤੇ ਕੋਈ ਦੂਸ਼ਣ ਲਾਉਂਦਾ ਹੈ, ਜਦੋਂ ਕੋਈ ਸੰਤਾਂ ਦੀ ਨਿੰਦਿਆ ਕਰਦਾ, ਜੋ ਪਹਿਲਾਂ ਸੁਖੀ ਸੀ ਨਾ, ਸੁੱਖ ਤੇ ਟਰੈ, ਉਹਦਾ ਸੁੱਖ ਟਲ ਜਾਂਦਾ ਹੈ, ਸੁੱਖ ਖਤਮ ਹੋ ਜਾਂਦਾ ਅਤੇ ਉਹ ਫਿਰ ਦੁਖੀ ਹੋਣਾ ਸ਼ੁਰੂ ਹੋ ਜਾਂਦਾ। ਉਹ ਦੁਖੀ ਹੋਣਾ ਸ਼ੁਰੂ ਹੋ ਜਾਂਦਾ, ਸੁੱਖ ਤੇ ਖਤਮ ਹੋ ਗਿਆ ਨਿੰਦਿਆ ਕਰਨ। ਸੰਤ ਕੇ ਦੋਖੀ ਕੋ ਨਾ ਹੀ ਠਾਉ, ਸੰਤ ਦਾ ਜਿਹੜਾ ਨਿੰਦਕ ਹੈ ਉਹਨੂੰ ਕਿਤੇ ਟਿਕਣ ਨੂੰ ਥਾਂ ਨਹੀਂ ਮਿਲਦੀ, ਉਹਨੇ ਥਾਵੇਂ ਹੀ ਰਹਿ ਜਾਂਦਾ, ਉਹਨੂੰ ਥਾਂ ਨਹੀਂ ਮਿਲਦੀ ਪਰਮਾਤਮਾ ਦੇ ਦਰਬਾਰ 'ਚ, ਉਹਨੂੰ ਕੋਈ ਥਾਂ ਨਹੀਂ ਮਿਲਦੀ। ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਹਾਂ, ਜਿਸ ਸੰਤ ਦੀ ਉਹ ਨਿੰਦਿਆ ਕਰ ਰਿਹਾ ਸੀ, ਜੇ ਉਹ ਸੰਤ ਚਾਹੇ ਤਾਂ ਨਿੰਦਕ ਨੂੰ ਵੀ ਪਰਮਾਤਮਾ ਨਾਲ ਮਿਲਾ ਸਕਦਾ ਹੈ। ਕਿਉਂ? ਉਹਨੂੰ ਕਿਸੇ ਨਾ ਕਿਸੇ ਸਮੇਂ ਨਿੰਦਕ ਨੂੰ ਫਿਰ ਜਿਹੜਾ ਸੋਝੀ ਆ ਜਾਂਦੀ ਹੈ। ਹੁਣ ਦੇਖੋ, ਜਿਵੇਂ ਸੱਜਣ ਠੱਗੇ, ਜਿੰਨੀ ਉਮਰ ਲੰਘੀ ਠੱਗੀਆਂ ਕਰਦਾ ਰਿਹਾ, ਲੋਕਾਂ ਨੂੰ ਮਾਰ ਕੇ ਖੂਹ ਸੁੱਟ ਦਿੰਦਾ, ਲੁੱਟ ਲਿਆ ਕਰਦਾ ਸੀ। ਪਰ ਜਦ ਗੁਰੂ ਨਾਨਕ ਦੇਵ ਜੀ ਆਏ, ਫਿਰ ਉਹ ਸੁਧਰ ਗਿਆ, ਸੁਧਰ ਗਿਆ। ਸਾਰੀਆਂ ਠੱਗੀਆਂ ਛੱਡਤੀਆਂ ਨੇ। ਜਿੰਨਾ ਲੁੱਟਦਾ ਮਾਲ ਸੀ ਸਾਰਾ ਗਰੀਬਾਂ 'ਚ ਵੰਡਤਾ।
ਨਵੇਂ ਸਿਰੇ ਮੁੱਢੋਂ ਸਿੱਧੋ ਜ਼ਿੰਦਗੀ ਸ਼ੁਰੂ ਕੀਤੀ। ਗੁਰੂ ਮਹਾਰਾਜ ਨੇ ਉਹਨੂੰ ਬਖਸ਼ ਦਿੱਤਾ, ਨਾਮ ਦੀ ਦਾਤ ਦਿੱਤੀ, ਉਹਨੂੰ ਸਿੱਖ ਧਰਮ ਦਾ ਗਿਆਨ ਕਰਵਾਇਆ ਅਤੇ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਉਸ ਨੂੰ ਸੱਜਣ ਠੱਗ ਨੂੰ ਲਾਇਆ। ਐਂ ਕੌਡੇ ਰਾਖਸ਼ ਉਹ ਬੰਦੇ ਮਾਰ ਮਾਰ ਕੇ ਤਲ ਕੇ ਖਾਂਦਾ ਹੈ। ਗੁਰੂ ਮਹਾਰਾਜ ਗੁਰੂ ਨਾਨਕ ਉਹਦੇ ਕੋਲੇ ਗਏ, ਉਹਨੂੰ ਸਮਝਾਇਆ, ਉਹ ਤੋਬਾ ਕਰ ਗਿਆ ਕਿ ਅੱਗੇ ਤੋਂ ਮੈਂ ਨਹੀਂ ਕਰਦਾ। ਉਸ ਨੂੰ ਵੀ ਫਿਰ ਸੁਧਾਰ ਕੇ ਸਿੱਖ ਧਰਮ ਦਾ ਗਿਆਨ ਦੇ ਕੇ ਕੌਡੇ ਰਾਖਸ਼ ਨੂੰ ਮੱਧ ਪ੍ਰਦੇਸ਼ ਦੇ ਵਿੱਚ ਪ੍ਰਚਾਰਕ ਲਾਤਾ ਸਿੱਖ ਕੌਮ ਦਾ। ਇਸ ਲਈ ਜੇ ਸੰਤ ਚਾਹੇ ਤਾਂ ਫਿਰ ਉਹ ਸੁਧਾਰ ਦਿੰਦਾ ਨਿੰਦਕ ਨੂੰ, ਅਤੇ ਸੁਧਾਰ ਕੇ ਉਹਨੂੰ ਰੱਬ ਵਾਲੇ ਪਾਸੇ ਲਾ ਦਿੰਦਾ ਹੈ, ਅਤੇ ਰੱਬ ਵਾਲੇ ਪਾਸੇ ਲਾ ਕੇ ਉਹਨੂੰ ਰੱਬ ਦੇ ਨਾਲ ਮਿਲਾ ਦਿੰਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।